1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੱਢਣ ਲਈ ਫੌਜ ਨਹੀਂ ਸੀ ਅੰਦਰ ਵੜੀ। ਸਮਝ ਗਏ ਨਾ? ਸਿੱਖ ਕੌਮ ਦੀ ਅਣਖ ਨੂੰ ਪੈਰਾਂ ਥੱਲੇ ਦਰੜਨ ਵਾਸਤੇ ਅੰਦਰ ਵੜੀ ਸੀ। ਜਦ ਤੁਸੀਂ ਆਪ ਹੀ ਮੰਨੀ ਜਾਂਦੇ ਹੋ ਅਸੀਂ ਗੁਲਾਮ ਆ ਭਾਈ, ਗੁਲਾਮ ਬਣੀ ਜਾਓ। ਫਿਰ ਕੋਈ ਹੋਰ ਤਾਂ ਕਹਿ ਨਹੀਂ ਰਿਹਾ ਕਿ ਤੁਸੀਂ ਸਾਡੇ ਗੁਲਾਮ ਹੋ, ਆਪ ਹੀ ਕਹੀ ਜਾਂਦੇ ਅਸੀਂ ਗੁਲਾਮ ਆ। ਭਾਰਤੀ ਫੌਜ ਦੇ ਜਰਨੈਲ ਕਹਿ ਰਹੇ ਨੇ ਤੇ ਸੰਭਲ ਕੇ ਅੱਗੇ ਜਾਇਓ, ਆਪਣੇ ਆਪ ਨੂੰ ਬਚਾ ਕੇ ਅੱਗੇ ਜਾਇਓ। ਸਾਡਾ ਸਿੰਘ ਕਹਿ ਰਿਹਾ, ਜਰਨੈਲ ਸਿੰਘ ਕਹਿ ਰਿਹਾ, ਮੌਤ ਤੋਂ ਨਹੀਂ ਡਰਨਾ, ਬੇਸ਼ੱਕ ਗੋਲੀ ਤੁਹਾਡੀ ਛਾਤੀ 'ਚ ਵੱਜੇ। 1947 ਤੋਂ ਲੈ ਕੇ 1966 ਤੱਕ ਪੰਜਾਬੀ ਸੂਬੇ ਦੇ ਵਿੱਚ ਹੀ ਇਹ ਉਲਝੇ ਰਹੇ ਨੇ ਜੀ। ਉਲਝੇ, ਖਟਿਆ ਵੀ ਕੁਛ ਨਹੀਂ। ਬਾਬਾ ਜਰਨੈਲ ਸਿੰਘ ਨੂੰ ਇਸ ਗੱਲ ਦਾ ਕਨਫਰਮ ਸੀ ਕਿ ਭਾਰਤੀ ਹਕੂਮਤ ਹਮਲਾ ਕਰੇਗੀ, ਪਰ ਇਹ ਕਿਸੇ ਨੂੰ ਨਿਸ਼ਚਾ ਨਹੀਂ ਸੀ ਕਿ ਭਾਰਤੀ ਫੌਜ ਅੰਦਰ ਵੜੂਗੀ ਤੇ ਟੈਂਕ ਵੀ ਆਉਣਗੇ, ਕਿਉਂਕਿ ਸਾਡੀ ਲੀਡਰਸ਼ਿਪ ਨੇ ਇਹੋ ਜਿਹੇ ਸਮਝੌਤੇ ਕੀਤੇ ਨੇ ਜਿਹਦੇ ਨਾਲ ਉਹਨਾਂ ਨੇ ਪੰਥਕ ਹਿੱਤਾਂ ਨੂੰ ਢਾਹ ਲਾਈ। ਕੌਮ ਅਣਖੀਲੀ ਹੈ ਲੇਕਿਨ ਬੇਸ਼ਰਮ ਲੀਡਰਸ਼ਿਪ ਦੇ ਵੱਸ ਪਈ ਹੋਈ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਦੋਸਤੋ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਹ ਸ਼ਹੀਦੀ ਹਫ਼ਤਾ ਚੱਲਦਾ ਹੈ। ਜੇ ਸ਼ਹਾਦਤਾਂ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਦੇ ਵਿੱਚ ਸਾਲ ਦਾ ਕੋਈ ਐਸਾ ਦਿਨ ਨਹੀਂ ਹੋਣਾ ਜਿਸ ਦਿਨ ਕਿਸੇ ਸਿੱਖ ਦੀ ਸ਼ਹਾਦਤ ਨਾ ਹੋਈ ਹੋਵੇ। ਇਸ ਧਰਤੀ ਦੇ ਉੱਪਰ ਸਿੱਖ ਦੀਆਂ ਰਗਾਂ ਦਾ ਖੂਨ ਨਾ ਡੋਲਿਆ ਹੋਵੇ, ਉਹ ਐਸਾ ਦਿਹਾੜਾ ਕੋਈ ਵੀ ਨਹੀਂ ਹੋਣਾ। ਪਰ ਅਕਸਰ ਅਸੀਂ ਜੇ ਲੰਬੇ ਸੰਘਰਸ਼ ਤੋਂ ਬਾਅਦ ਦੀ ਗੱਲ ਕਰਦੇ ਹਾਂ, ਜੋ ਸਾਡੇ ਪੁਰਖਿਆਂ ਨੇ ਵੀ ਦੇਖਿਆ, ਸਾਡੇ ਬਜ਼ੁਰਗਾਂ ਨੇ ਵੀ ਦੇਖਿਆ, ਤੇ ਸ਼ਾਇਦ ਜੇ ਕੋਈ 40-50 ਸਾਲ ਦੇ ਇਰਦ ਗਿਰਦ ਹੈ, 50 ਸਾਲ ਤੋਂ ਘੱਟ ਹੈ, ਤੇ ਉਹਨਾਂ ਨੇ ਵੀ ਦੇਖਿਆ ਹੋਵੇਗਾ। ਅਸੀਂ ਗੱਲ ਕਰਦੇ ਹਾਂ ਜੂਨ 1984 ਦੀ, ਜਿਸ ਕਿਸੇ ਨੂੰ ਤੀਸਰਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ, ਤੀਜੇ ਘੱਲੂਘਾਰੇ ਦੇ ਨਾਮ ਨਾਲ ਵੀ ਚੇਤੇ ਕੀਤਾ ਜਾਂਦਾ। ਅਨੇਕਾਂ ਨਾਮ ਨੇ, ਪਰ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਅਸੀਂ ਨਿੱਕਾ ਜਿਹਾ ਨਿਉਤਾ ਦਿੱਤਾ। ਸਾਡੇ ਨਿਉਤੇ ਨੂੰ ਪ੍ਰਮਾਣ ਕੀਤਾ ਪ੍ਰੋਫੈਸਰ ਸੁਖਦਿਆਲ ਸਿੰਘ, ਜਿਨ੍ਹਾਂ ਨੇ ਲੰਮਾ ਸਮਾਂ ਕਿਤਾਬਾਂ ਲਿਖੀਆਂ ਨੇ, ਇਹਨਾਂ ਮੁੱਦਿਆਂ ਦੇ ਉੱਪਰ ਪੂਰੀ ਵਿਵੇਕ ਬੁੱਧ ਲਗਾਈ ਹੈ। ਤੇ ਇਹਨਾਂ ਦੇ ਕੋਲੋਂ ਕੁਝ ਮਨ ਦੇ ਵਿੱਚ ਸਵਾਲ ਨੇ, ਉਹ ਜਾਣਨ ਦਾ ਆਪਾਂ ਯਤਨ ਕਰਦੇ ਹਾਂ। ਕੋਸ਼ਿਸ਼ ਕਰਾਂਗੇ ਵੀ ਇੰਟਰਵਿਊ ਦੇ ਆਪਾਂ 3 ਪੜਾਅ ਕਰਾਂਗੇ। ਫਸਟ ਦੇ ਵਿੱਚ ਐਸਾ ਮਾਹੌਲ ਵਾਪਰਿਆ ਕਿਉਂ, ਸੈਕਿੰਡ ਉਹ ਪੂਰੀ ਰੂਪਰੇਖਾ ਹੈ ਕੀ ਸੀ, ਤੇ ਥਰਡ ਦੇ ਵਿੱਚ ਆਪਾਂ ਵਿਸ਼ਲੇਸ਼ਣ ਕਰਾਂਗੇ ਵੀ ਆਖਰਕਾਰ ਉਹਦਾ ਨਿਚੋੜ ਨਿਕਲਿਆ ਕੀ। ਆਓ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਆਪਣੇ ਸਟੂਡੀਓ ਵਿੱਚ ਆਉਣ ਲਈ ਅਸੀਂ ਜਿਉਂ ਆਏ ਆਖਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਅਕਾਲ ਚੈਨਲ ਦੀ ਟੀਮ ਵੱਲੋਂ ਤੁਹਾਡਾ ਧੰਨਵਾਦੀ ਹਾਂ। ਤੁਹਾਡਾ ਵੀ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਜਦੋਂ ਅਸੀਂ ਜੂਨ 1984 ਦੀ ਗੱਲ ਕਰਦੇ ਹਾਂ ਤੇ ਮਨ ਦੇ ਵਿੱਚ ਕਈ ਵਾਰੀ ਖਿਆਲ ਆਉਂਦਾ, ਜਿਵੇਂ ਮੰਨ ਲਓ ਸਮੁੰਦਰ ਦੇ ਵਿੱਚ ਕੋਈ ਸੁਨਾਮੀ ਆ ਗਈ ਜਾਂ ਹੋਰ ਕੁਛ ਆਇਆ ਜੀ, ਉਹ ਕਹਿੰਦੇ ਵੀ ਇੱਥੋਂ ਉੱਠੀ ਸੀ, ਆਹ ਕਾਰਨ ਬਣਿਆ, ਆਹ ਕਾਰਨ ਬਣਨ ਕਰਕੇ ਆਹ ਏਰੀਆ ਪ੍ਰਭਾਵਿਤ ਹੋਵੇਗਾ। ਉਸ ਤੋਂ ਪਹਿਲਾਂ ਖਬਰਾਂ ਆ ਜਾਂਦੀਆਂ ਨੇ ਤੇ ਸਰਕਾਰਾਂ ਸੁਚੇਤ ਹੋ ਜਾਂਦੀਆਂ ਨੇ। ਜੇ ਉਸ ਸਮੇਂ ਦੀ ਮੈਂ ਸਿੱਖ ਲੀਡਰਸ਼ਿਪ ਦੀ ਗੱਲ ਕਰਾਂ ਤੇ ਇਹਨਾਂ ਨੂੰ ਸੰਕੇਤ ਤੇ ਸਾਰੇ ਆ ਹੀ ਗਏ ਸਨ ਵੀ ਇਸ ਤਰੀਕੇ ਨਾਲ ਆਹ ਕੁਝ ਹੋਣ ਵਾਲਾ ਹੈ, ਤੇ ਇਹਨਾਂ ਨੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਕੋਈ ਐਸੀ ਰੂਪ ਰੇਖਾ ਕਿਉਂ ਨਹੀਂ ਤਿਆਰ ਕੀਤੀ ਜਿਹਦੇ ਵਿੱਚ ਕੌਮ ਬਚ ਸਕਦੀ ਸੀ, ਅਸੀਂ ਘੱਟੋ ਘੱਟ ਨੁਕਸਾਨ ਦੇ ਵਿੱਚ ਆਪਣੀ ਇਹ ਵੱਡੀ ਲੜਾਈ ਲੜ ਸਕਦੇ ਸਾਂ। ਇਹ ਸਾਰੀ ਰੂਪ ਰੇਖਾ ਦੀ ਜੇ ਆਪਾਂ ਗੱਲ ਕਰੀਏ ਤੇ ਮਾਹੌਲ ਐਸਾ ਬਣਿਆ ਹੀ ਕਿਉਂ ਵੀ ਸਾਨੂੰ ਜੰਗ ਵਾਲਾ ਮਾਹੌਲ ਬਣਾਉਣਾ ਪੈ ਗਿਆ? ਜੀ ਮੱਖੂ ਸਾਹਿਬ, ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ, ਕਿਉਂਕਿ ਤੁਸੀਂ ਆਪਣੇ ਅਕਾਲ ਚੈਨਲ ਦੇ ਜ਼ਰੀਏ ਜੂਨ 1984 ਦਾ ਜਿਹੜਾ ਕਤਲੇਆਮ ਹੈ, ਘੱਲੂਘਾਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ, ਤੁਸੀਂ ਤੀਜਾ ਘੱਲੂਘਾਰਾ ਕਿਹਾ ਜੀ, ਇਹਦੀ ਆਪਾਂ ਗੱਲ ਕਰਨ ਲੱਗੇ ਹਾਂ। ਇੱਕ ਗੱਲ ਮੈਂ ਸੰਖੇਪ ਰੂਪ ਵਿੱਚ ਪਹਿਲਾਂ ਇਹ ਜ਼ਰੂਰ ਕਰਾਂਗਾ। ਤੀਜਾ ਘੱਲੂਘਾਰਾ ਅਕਸਰ ਆਪਾਂ ਕਹਿ ਦਿੰਦੇ ਹਾਂ ਇਹਨੂੰ। 2 ਘੱਲੂਘਾਰੇ ਸਾਡੇ ਸਾਹਮਣੇ ਨੇ, 1762 ਵਾਲਾ ਤੇ 1745-46 ਵਾਲਾ। ਮੈਂ ਤੁਹਾਨੂੰ ਦੱਸ ਦਿਆਂ, ਇਹ ਜਿਹੜੇ ਘੱਲੂਘਾਰੇ ਸਨ, 1762 ਵਾਲਾ ਵੀ ਜ਼ਿਆਦਾ ਵੱਡਾ 1762 ਵਾਲਾ ਸੀ ਜੀ, ਉਸ ਤੋਂ ਕਿਤੇ ਜ਼ਿਆਦਾ ਭਿਆਨਕ, ਕਿਤੇ ਜ਼ਿਆਦਾ ਨੁਕਸਾਨ ਵਾਲੇ ਹੋਰ ਅਨੇਕਾਂ ਘੱਲੂਘਾਰੇ ਹੋ ਚੁੱਕੇ ਨੇ, ਜਿਹੜੇ ਸਾਨੂੰ ਯਾਦ ਨਹੀਂ ਹਨ ਜਾਂ ਅਸੀਂ ਯਾਦ ਨਹੀਂ ਕਰਦੇ, ਅਸੀਂ ਸਿਰਫ 2 ਨੂੰ ਹੀ ਯਾਦ ਕਰਦੇ ਹਾਂ। ਸਮਝ ਗਏ ਨਾ ਪਹਿਲੀ ਗੱਲ ਜੀ? ਤੁਸੀਂ ਫਿਰ ਤੀਜਾ ਘੱਲੂਘਾਰਾ ਨਹੀਂ ਕਹੋਗੇ ਅੱਗੇ ਤੋਂ। ਪਹਿਲੀ ਗੱਲ, 1716 ਦਾ ਜਿਹੜਾ ਸਾਲ ਹੈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ,
ਗੁਰਦਾਸ ਨੰਗਲ ਦੇ ਕਿਲੇ ਨੂੰ ਘੇਰਾ ਪਾਉਣ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਕੋਈ ਅੰਦਾਜ਼ਾ ਨਹੀਂ, ਕੋਈ ਗਿਣਤੀ ਨਹੀਂ ਕਿੰਨੇ ਸਿੱਖ ਮਾਰੇ ਸਨ। ਗੱਡੀਆਂ ਦੇ ਗੱਡੇ ਗਏ ਆ ਗੱਡਿਆਂ ਦੇ ਗੱਡੇ ਗਏ ਨੇ, ਪਰ ਸਿਰਾਂ ਦੇ ਸਿਰ ਮਨਾਰ ਚੁਣੇ ਗਏ ਨੇ ਜੀ, ਕੋਈ ਗਿਣਤੀ ਨਹੀਂ ਉਹਦੀ ਜੀ। ਇਤਨਾ ਭਿਆਨਕ ਸੀ ਉਹ। ਤਾਂ ਹੀ ਸਿੱਖ ਕੌਮ ਘਰੋਂ ਨਿਕਲ ਗਈ ਸੀ, ਘਰੋਂ ਬੇਘਰ ਹੋ ਗਈ ਸੀ। ਫਿਰ 1846 ਦੇ ਵਿੱਚ ਜਿਹੜੀ ਫਸਟ ਐਂਗਲੋ ਸਿੱਖ ਵਾਰ ਹੋਈ ਹੈ, ਤੁਸੀਂ ਇਕੱਲੀ ਸਭਰਾਉਂ ਦੀ ਜੰਗ ਦਾ ਰਿਜ਼ਲਟ ਦੇਖ ਲਓ ਜੀ। 20,000 ਫੌਜੀ, ਸਿੱਖ ਫੌਜੀ, ਟ੍ਰੇਨਡ ਫੌਜੀ, ਜਿਹੜਾ ਪਾਲਿਆ ਹੋਇਆ ਸੀ ਬੜੇ ਚਾਵਾਂ ਨਾਲ ਤੇ ਬੜੇ ਮਲਹਾਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਤੇ ਖਾਲਸਾ ਜਿਹੜੇ ਮਹਾਰਾਜੇ ਸੀ, ਉਹਨਾਂ ਨੇ ਐਸੀ ਇੱਕ ਜੇ ਤਨੋਂ ਮਨੋਂ ਇੱਕ ਸ਼ੌਂਕ ਨਾਲ ਕੋਈ ਫੌਜ ਖੜੀ ਕੀਤੀ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਸੀ, ਜਿਹੜੀ 20,000 ਦੀ ਗਿਣਤੀ ਵਿੱਚ ਸਭਰਾਉਂ ਦੇ ਮੈਦਾਨਾਂ ਦੇ ਵਿੱਚ ਤੋਪ ਦੇ ਗੋਲਿਆਂ ਨਾਲ ਉਡਾ ਦਿੱਤੀ ਸੀ। ਉਹ ਭੱਜੇ ਨਹੀਂ ਸਨ, ਉਹ ਭੱਜੇ ਨਹੀਂ ਸਨ, ਨਾ ਹੀ ਉਹਨਾਂ ਨੇ ਸਰੈਂਡਰ ਕੀਤਾ ਸੀ। ਪਤਾ ਨਹੀਂ ਕਿੰਨੇ ਕੁ ਮਗਰੋਂ ਫੌਜੀ ਮਾਰੇ ਹੋਣਗੇ, ਕੋਈ ਪਤਾ ਨਹੀਂ, ਕਿਸੇ ਨੇ ਗਿਣਤੀ ਨਹੀਂ ਕੀਤੀ, ਗਿਣਤੀ ਦਾ ਕੀ ਚੱਕਿਆ ਹੀ ਨਹੀਂ ਕਿਸੇ ਨੇ ਉਹ। ਠੀਕ ਹੈ ਨਾ। ਅਗਲੀ ਗੱਲ, ਮੈਨੂੰ ਤੁਸੀਂ ਦੱਸੋ 1947 ਚ ਕਿੰਨੇ ਲੱਖ ਸਿੱਖ ਮਰੇ ਹੋਣਗੇ? ਇਹ ਵੀ ਕਿਸੇ ਘੱਲੂਘਾਰੇ ਤੋਂ ਘੱਟ ਨਹੀਂ ਜੀ। ਨਹੀਂ, ਘੱਲੂਘਾਰਾ ਦਾ ਸ਼ਬਦ ਬਹੁਤ ਹਲਕਾ ਪੈ ਜਾਂਦਾ। ਘੱਲੂਘਾਰਾ ਸ਼ਬਦ ਤਾਂ ਹਲਕਾ ਪੈ ਜਾਂਦਾ ਹੈ ਜੀ। ਇਹ ਤਾਂ ਸਾਰੀ ਦੀ ਸਾਰੀ ਕੌਮ ਉਸ ਸਟੇਟ ਚੋਂ ਕੱਢਤੀ ਜਿੱਥੇ ਕਿਤੇ ਰਾਜ ਕਰਦੀ ਸੀ ਜੀ। ਸਾਰੀਆਂ ਹਵੇਲੀਆਂ ਖੋਲੀਆਂ, ਅਸਮਾਨ ਨੂੰ ਛੋਹਣ ਵਾਲੀਆਂ ਹਵੇਲੀਆਂ ਸੀ ਸਿੰਘਾਂ ਦੀਆਂ, ਮਰੱਬਿਆਂ ਦੇ ਮਰੱਬੇ ਜ਼ਮੀਨਾਂ ਸੀਆਂ, ਮਹਾਰਾਜਾ ਰਣਜੀਤ ਸਿੰਘ ਦੀਆਂ ਜਗੀਰਾਂ ਦਿੱਤੀਆਂ ਹੋਈਆਂ, ਧਾਰਮਿਕ ਸਥਾਨ ਖੋਏ ਗਏ। ਜਗੀਰਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਨੂੰ ਮਰੱਬਿਆਂ ਦੇ ਹਿਸਾਬ ਨਾਲ ਨਹੀਂ ਸੀ ਲਾਈਆਂ, ਨਾ ਹੀ ਉਹ ਵਿਗਿਆਂ ਦੇ ਤੇ ਏਕੜਾਂ ਦੇ ਹਿਸਾਬ ਨਾਲ ਲਗਾਈਆਂ ਸੀਆਂ। ਰਣਜੀਤ ਸਿੰਘ ਨੇ ਕਿਹਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੋੜਾ ਦੜਾ ਲਓ, ਸ਼ਾਮ ਤੱਕ ਤੁਹਾਡਾ ਘੋੜਾ ਜਿੰਨੇ ਦਾਇਰੇ 'ਚ ਉਹ ਕਵਰ ਕਰ ਸਕਦਾ ਹੈ ਉਹ ਗੁਰਦੁਆਰਾ ਸਾਹਿਬ ਨੂੰ ਲਾ ਦਿਓ। ਕੀ ਬਾਤ। ਤੁਸੀਂ ਇਮੇਜਿਨ ਕਰਕੇ ਦੇਖੋ ਨਾ, ਇਹ ਇਮੇਜਿਨਰੀ ਗੱਲਾਂ ਨਹੀਂ ਹਨ, ਇਹ ਹਿਸਟੋਰੀਕਲ ਫੈਕਟ ਦੀਆਂ ਗੱਲਾਂ ਨੇ। ਕਿੱਧਰ ਗਈਆਂ ਤੁਹਾਡੀਆਂ ਜਗੀਰਾਂ ਉਹ ਜੀ? ਕਿੱਧਰ ਗਈਆਂ ਹਵੇਲੀਆਂ? ਇਹ ਤਾਂ ਘੱਲੂਘਾਰਾ ਤੋਂ ਕਿਤੇ ਜ਼ਿਆਦਾ ਨੁਕਸਾਨਦਾਇਕ ਹੈ ਜੀ। ਸੋ ਘੱਲੂਘਾਰਾ ਸ਼ਬਦ ਬਹੁਤ ਹਲਕਾ ਹੈ। 1984 ਦਾ ਜਿਹੜਾ ਘੱਲੂਘਾਰਾ ਸੀ, ਜੇ ਆਪਾਂ ਸ਼ਬਦ ਇਹੀ ਵਰਤੀਏ, 1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੱਢਣ ਲਈ ਫੌਜ ਨਹੀਂ ਸੀ ਅੰਦਰ ਵੜੀ। ਸਮਝ ਗਏ ਨਾ? ਸਿੱਖ ਕੌਮ ਦੀ ਅਣਖ ਨੂੰ ਪੈਰਾਂ ਥੱਲੇ ਦਰੜਨ ਵਾਸਤੇ ਅੰਦਰ ਵੜੀ ਸੀ। ਬਾਹਰ ਕੱਢਣਾ ਤਾਂ ਕੋਈ ਔਖੀ ਗੱਲ ਹੈ ਹੀ ਨਹੀਂ ਸੀ, ਕੋਈ ਵੀ ਗੱਲ ਨਹੀਂ ਸੀ ਔਖੀ। ਕਿਸੇ ਵੀ ਤਰੀਕੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਨਾਲ ਇਹ ਸਾਰੇ ਕੰਮ ਤੋਂ ਟਾਲਾ ਵੱਟਿਆ ਜਾ ਸਕਦਾ ਸੀ ਜੀ, ਟਾਲਿਆ ਜਾ ਸਕਦਾ ਸੀ ਬੜੇ ਆਰਾਮ ਨਾਲ। ਲੇਕਿਨ ਸੈਂਟਰ ਗਵਰਨਮੈਂਟ ਨੇ ਸਿੱਖਾਂ ਦੀ ਅਣਖ ਭੰਨਣੀ ਸੀ, ਉਹ ਅਣਖ ਭੰਨਤੀ। ਇੱਕ ਬੰਦੇ ਨੂੰ ਫੜਨ ਲਈ ਜਾਂ ਮਾਰਨ ਲਈ ਸਾਰੀ ਫੌਜ ਚੜਾਤੀ, ਅੰਤ ਹੀ ਨਹੀਂ ਕੋਈ, ਮੰਨਣ ਦੇ ਵਿੱਚ ਹੀ ਨਹੀਂ ਆ ਰਹੀ, ਮੰਨਣ ਦੇ ਵਿੱਚ ਹੀ ਨਹੀਂ ਆ ਰਹੀ। ਟੈਂਕ ਚੜਾਤੇ, ਕਮਾਲ ਦੀ ਗੱਲ ਹੈ। ਇੱਕ ਦਰਬਾਰ ਸਾਹਿਬ ਤੇ ਇੱਕ ਬੰਦੇ ਨੂੰ ਫੜਨ ਲਈ ਤੁਸੀਂ ਵੈਸੇ ਘੇਰਾ ਪਾ ਕੇ ਖੜ ਜਾਓ ਉੱਥੇ, ਸਟ੍ਰਿਕਟਲੀ ਘੇਰਾ ਪਾ ਦਿਓ, ਨਾ ਅੰਦਰ ਜਾਣ ਦਿਓ ਨਾ ਬਾਹਰ ਜਾਣ ਦਿਓ। ਬੰਦਾ 15 ਦਿਨ ਵੀ ਨਹੀਂ ਕੱਟੇਗਾ, 20 ਦਿਨ ਵੀ ਨਹੀਂ ਕੱਟੇਗਾ ਉੱਥੇ। ਸਪਲਾਈ ਸਾਰੀ, ਵੈਸੇ ਵੀ ਸਪਲਾਈ ਸਾਰੀ ਬੰਦ ਕੀਤੀ ਹੋਈ ਸੀ, ਅੰਨ ਪਾਣੀ ਦੀ, ਤੇ ਪਾਣੀ ਵੀ ਬੰਦ ਕਰਤਾ ਜੀ, ਟੈਂਕੀਆਂ ਭੰਨਤੀਆਂ ਪਾਣੀ ਵਾਲੀਆਂ। ਇਸ ਤੋਂ ਵੱਧ ਹੋਰ ਪਾਬੰਦੀ ਤੁਸੀਂ ਕੀ ਕਰ ਸਕਦੇ ਹੋ? 15 ਦਿਨ ਵੀ ਨਹੀਂ ਕੱਟ ਸਕਦੇ ਸੀ ਉਹ ਅੰਦਰ ਪਾਣੀ ਤੋਂ ਬਗੈਰ ਤੇ ਮਤਲਬ ਅਨਾਜ ਤੋਂ ਬਗੈਰ। ਲੇਕਿਨ ਟੈਂਕਾਂ ਦੇ ਟੈਂਕ ਚੜਾਤੇ, ਫੌਜਾਂ ਦੀਆਂ ਫੌਜਾਂ ਚੜਾਤੀਆਂ। ਕੋਈ ਕਹਿੰਦਾ ਜੀ 3000 ਦੀ ਨਫਰੀ ਸੀ, ਕੋਈ 5000 ਦੀ, ਕੋਈ 25000 ਦੀ। ਨਫਰੀ ਦੀ ਗੱਲ ਹੀ ਨਹੀਂ ਹੈਗੀ। ਜੇ 3000 ਦੀ ਨਫਰੀ ਸੀ, 3000 ਮਰ ਗਿਆ, 3000 ਹੋਰ ਆ ਜਾਊਗਾ। ਉਹ 3000 ਮਾਰਤਾ, 3000 ਹੋਰ ਆ ਜਾਊਗਾ, 30000 ਆ ਜਾਊਗਾ। ਮੁੱਕਣੀ ਕੋਈ ਨਹੀਂ ਸੀ ਫੌਜ ਜੀ। ਸੋ ਇਹ ਗੱਲਾਂ ਕਰਨੀਆਂ ਜੀ 30,000 ਦੀ ਗਿਣਤੀ 'ਚ ਫੌਜ ਆ ਗਈ ਸੀ ਜਾਂ 50,000 ਦੀ ਗਿਣਤੀ 'ਚ ਫੌਜ ਆ ਗਈ ਸੀ, ਮਤਲਬ ਇਹਨਾਂ ਦਾ ਕੋਈ ਮੀਨਿੰਗ ਨਹੀਂ ਹੈਗਾ। ਪਰ ਜਿਵੇਂ ਤੁਸੀਂ ਪ੍ਰੋਫੈਸਰ ਸਾਹਿਬ ਇੱਕ ਗੱਲ ਬੜੀ ਪਿਆਰੀ ਵਿੱਚ ਕੀਤੀ ਹੈ ਵੀ ਸਭ ਕੁਝ ਟਾਲਿਆ ਜਾ ਸਕਦਾ ਸੀ, ਕਿੰਨਾ ਵੱਲੋਂ? ਅਕਾਲੀ ਲੀਡਰਸ਼ਿਪ ਵੱਲੋਂ? ਨਾ ਅਕਾਲੀ ਲੀਡਰਸ਼ਿਪ ਤਾਂ ਆਪ ਸੈਂਟਰ ਗਵਰਨਮੈਂਟ ਦੇ ਨਾਲ ਵਾਲੀ ਹੋਈ ਸੀ। ਜਿੰਨਾ ਉਭਾਰ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਅਕਾਲੀ ਦਲ ਦੇ ਅਗੇਂਸਟ ਜਾ ਰਿਹਾ ਸੀ ਵੀ ਅਕਾਲੀ ਦਲ ਦੇ ਅਗੇਂਸਟ। ਕਿਉਂ? ਆਪਾਂ ਹੁਣ ਉਹ ਬੈਕਗ੍ਰਾਉਂਡ ਦੀ ਗੱਲ ਕਰਦੇ ਹਾਂ। ਫਿਰ ਇਹਨੂੰ ਕੁਝ ਲੋਕ ਕਾਂਗਰਸ ਦੇ ਖੇਮੇ ਵਿੱਚ ਨਹੀਂ ਪਾ ਕੇ ਦੇਖਦੇ ਪਏ ਵੀ ਕਾਂਗਰਸ ਨੂੰ ਬੈਨੀਫਿਟ ਹੋ ਰਿਹਾ ਸੀ? ਦੇਖੋ, ਇਹ ਤਾਂ ਲੇਖਕਾਂ ਦਾ ਕੰਮ ਹੈ। ਪਤਾ ਨਹੀਂ ਲੇਖ ਕਿਹਦੇ ਵੱਲੋਂ ਲਿਖਦੇ ਨੇ, ਪਤਾ ਨਹੀਂ ਲੇਖ ਕਿਹਦੇ ਕਹੇ ਤੋਂ ਲਿਖਦੇ ਨੇ, ਪਤਾ ਨਹੀਂ ਕਿਹਦੇ ਖਾਤੇ ਵਿੱਚ ਪਾਉਣ ਲਈ ਲਿਖਦੇ ਨੇ, ਇਹ ਪਤਾ ਹੀ ਨਹੀਂ। ਇਹ ਇੱਟ ਚੱਕੀ ਤੋਂ ਲੇਖ ਖੜਾ ਹੋ ਜਾਂਦਾ,
ਕਿੰਨੀਆਂ ਕਿਤਾਬਾਂ ਆ ਗਈਆਂ ਆਪਰੇਸ਼ਨ ਬਲੂ ਸਟਾਰ ਤੇ ਉਹ 15 ਦਿਨਾਂ ਬਾਅਦ ਹੀ ਕਿਤਾਬਾਂ ਆ ਗਈਆਂ ਸੀ। ਕੀ ਲੋਕ ਉਹ ਉਡੀਕ ਰਹੇ ਸੀ ਕਿ ਆਪਰੇਸ਼ਨ ਬਲੂ ਸਟਾਰ ਹੋਊਗਾ ਤੇ ਆਪਾਂ ਕਿਤਾਬ ਲਿਖਾਂਗੇ? ਕਮਾਲ ਦੀਆਂ ਗੱਲਾਂ ਨੇ। ਮਾਰਕ ਤੁਲੀ ਤੇ ਉਹਦੀ ਖੁਸ਼ਵੰਤ ਸਿੰਘ ਦੀ ਕਿਤਾਬ 15-20 ਦਿਨਾਂ ਬਾਅਦ ਹੀ ਆ ਗਈ ਸੀ। ਕੀ ਉਹ ਉਡੀਕ ਰਹੇ ਸਨ? ਕੀ ਉਹਨਾਂ ਨੂੰ ਮਸਾ ਮੌਕਾ ਮਿਲਿਆ ਸੀ ਕਿਤਾਬ ਲਿਖਣ ਦਾ? ਇੱਕ ਸਵਾਲ ਹੈ। ਹਾਂ, ਬਹੁਤ ਵੱਡਾ ਸਵਾਲ ਹੈ। ਮਤਲਬ ਇਹ ਹੈ ਕਿ ਨਾ ਤਾਂ ਇਹਦਾ ਨਿਸ਼ਾਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦਾ ਸੀ ਵੀ ਬਾਹਰ ਕੱਢ ਦਈਏ, ਹਾਲਾਂਕਿ ਬਾਹਰ ਕੱਢਣ ਦਾ ਹੋਣਾ ਚਾਹੀਦਾ ਸੀ ਉਹਨਾਂ ਨੂੰ ਜੀ ਕਿ ਧਾਰਮਿਕ ਸਥਾਨ ਹੈ, ਅਸੀਂ ਨਹੀਂ ਚਾਹੁੰਦੇ ਧਾਰਮਿਕ ਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਮਤਲਬ ਲੜਾਈ ਕੀਤੀ ਜਾਵੇ ਜਾਂ ਬੇਅਦਬੀ ਹੋਵੇ। ਇਸ ਕਰਕੇ ਸੰਤ ਜਰਨੈਲ ਸਿੰਘ ਨੂੰ ਬਾਹਰ ਕੱਢਿਆ ਜਾਵੇ, ਭਾਵੇਂ ਤਾਂ ਮਿਊਚੁਅਲ ਅੰਡਰਸਟੈਂਡਿੰਗ ਰਾਹੀਂ ਬਾਹਰ ਕੱਢਿਆ ਜਾਵੇ। ਜੇ ਮਿਊਚੁਅਲ ਅੰਡਰਸਟੈਂਡਿੰਗ ਰਾਹੀਂ ਨਹੀਂ, ਫਿਰ ਅਸੀਂ ਤਾਕਤ ਨਾਲ ਬਾਹਰ ਕੱਢਾਂਗੇ। ਅਗਰ ਬਾਹਰ ਕੱਢਣ ਦੀ ਗੱਲ ਹੁੰਦੀ ਤਾਂ ਬਾਹਰ ਬੜੇ ਆਰਾਮ ਨਾਲ ਕੱਢੇ ਜਾ ਸਕਦੇ ਸਨ। ਠੀਕ ਹੈ ਨਾ, ਇਹ ਗੱਲ ਹੀ ਨਹੀਂ ਸੀ। ਗੱਲ ਇਹ ਸੀ ਕਿ ਸਿੱਖ ਕੌਮ ਦੀ ਜਿਹੜੀ ਅਣਖ ਹੈ, ਇਹ ਸਿੱਖ ਹੰਕਾਰੇ ਹੋਏ ਨੇ। ਅਸੀਂ ਉਹਨਾਂ ਦਾ ਕਹਿਣਾ ਸੀ, ਉਹ ਸਾਰੀ ਸਮਝਦੇ ਨੇ ਉਹ ਕਿ ਅਸੀਂ ਇਤਨੇ ਬਹਾਦਰ ਹਾਂ, ਅਸੀਂ ਇਤਨੇ ਸੂਰਮੇ ਹਾਂ, ਅਸੀਂ ਆਹ ਕੀਤਾ, ਅਸੀਂ ਵਾਹ ਕੀਤਾ। ਇਹਨਾਂ ਦੀ ਇੱਕ ਵਾਰ ਅਣਖ ਭੰਨ ਦਿਓ। ਠੀਕ ਹੈ ਨਾ, ਵੀ ਪਿਛਲੀਆਂ ਸਾਰੀਆਂ ਜਿਹੜੀਆਂ ਜਿੱਤਾਂ ਨੇ ਉਹਨਾਂ ਦਾ ਪਾਣੀ ਫਿਰ ਜਾਏਗਾ। ਹਾਂ, ਜਦੋਂ ਰਣਜੀਤ ਸਿੰਘ ਕੋਲ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਨੇ ਖਤਮ ਕਰਤਾ, ਮੈਂ ਤੁਹਾਨੂੰ ਇਹ ਦੱਸਦਾ, 29 ਮਾਰਚ 1849 ਦਾ ਲਾਸਟ ਦਿਨ ਸੀ। 29 ਮਾਰਚ ਜੀ, ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਦਰਬਾਰ ਲਗਾਇਆ ਗਿਆ ਬਾ ਹੁਕਮ ਅੰਗਰੇਜ਼ਾਂ ਦੇ। ਦਰਬਾਰ ਲਗਾਓ, ਮਹਾਰਾਜਾ ਦਲੀਪ ਸਿੰਘ ਨੂੰ ਉੱਥੇ ਲੈ ਕੇ ਜਾਓ। ਗੁਲਾਬ ਸਿੰਘ ਡੋਗਰਾ ਗੋਦੀ ਚੱਕ ਕੇ ਤਖਤ ਤੱਕ ਲੈ ਗਿਆ ਮਹਾਰਾਜਾ ਦਲੀਪ ਸਿੰਘ ਨੂੰ, ਤਖਤ ਤੇ ਬਿਠਾਇਆ। ਹੈਨਰੀ ਲਾਰੈਂਸ ਉੱਥੇ ਬੈਠਾ ਸੀ ਜਿਹੜਾ ਰੈਜੀਡੈਂਟ ਸੀ। ਰੈਜੀਡੈਂਟ ਨੇ ਕਿਹਾ ਓਕੇ, ਮਹਾਰਾਜਾ ਸਾਹਿਬ ਨੂੰ ਨੀਚੇ ਲਿਆਓ। ਗੁਲਾਬ ਸਿੰਘ ਡੋਗਰਾ ਨੀਚੇ ਲੈ ਆਇਆ। ਇਨਕਾ ਜੋ ਮੁਕਟ ਹੈ, ਤਾਜ ਹੈ, ਲਾ ਦੋ, ਮੈਨੂੰ ਫੜਾ ਦੋ। ਤਾਜ ਲਾਇਆ, ਹੈਨਰੀ ਲਾਰੈਂਸ ਦੀ ਝੋਲੀ 'ਚ ਰੱਖ ਦਿੱਤਾ। ਇਹਦੇ ਨਾਲ ਜਿਹੜੀ ਹੈਂਕੜ ਸੀ ਰਾਜ ਕਰਨ ਦੀ, ਉਹ ਖਤਮ ਹੋ ਗਈ ਜੀ, ਖਤਮ ਹੋ ਗਈ। ਬ੍ਰਿਟਿਸ਼ ਝੰਡਾ ਝੁੱਲ ਗਿਆ, ਝੁੱਲ ਗਿਆ। ਸੂਰਜ ਚੜ੍ਹਨ ਤੋਂ ਪਹਿਲਾਂ 29 ਮਾਰਚ ਨੂੰ ਖਾਲਸੇ ਨਿਸ਼ਾਨ ਲਾਤਾ, ਸਭ ਕੁਝ ਲਾਤਾ, ਤਾਜ ਹੀ ਲਾਤਾ ਸਿਰ ਤੋਂ। ਤਖਤ ਇੱਕ ਪਾਸੇ ਰੱਖਤਾ, ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਲੈ ਜਾਓ ਇਹਨਾਂ ਦੇ ਮਹਿਲ 'ਚ। ਠੀਕ ਹੈ, ਅਗਲੇ ਦਿਨ ਲਾਹੌਰ ਤੋਂ ਵੀ ਵਾਪਸ ਬਾਹਰ ਲੈ ਗਏ ਉਹ। ਠੀਕ ਹੈ ਨਾ, ਇਸ ਕਰਕੇ ਸਿੱਖ ਕੌਮ ਦੀ ਜਿਹੜੀ ਇਹ ਅਣਖ ਬਣੀ ਹੋਈ ਸੀ ਕਿ ਸਿੱਖ ਮਾਰਸ਼ਲ ਕੌਮ ਹੈ, ਸਿੱਖ ਬਹਾਦਰ ਕੌਮ ਹੈ, ਇਹ ਕਿਸੇ ਦੀ ਗੁਲਾਮੀ ਨਹੀਂ ਸਹਿ ਸਕਦੀ, ਇਹ ਗੁਲਾਮ ਰਹਿ ਹੀ ਨਹੀਂ ਸਕਦੀ, ਹੁਣ ਵੀ ਨਹੀਂ ਸੀ ਗੁਲਾਮ। ਸਿੱਖ ਕਦੇ ਮਾਨਸਿਕ ਰੂਪ ਦੇ ਵਿੱਚ ਗੁਲਾਮ ਨਹੀਂ ਹੋਇਆ। ਮੈਂ ਤੁਹਾਨੂੰ ਦੱਸਾਂ ਜੀ, ਅੱਜ ਲੋਕ ਸਾਡੇ ਕਈ ਮੂਰਖ ਵੀਰ ਕਹਿੰਦੇ ਨੇ ਅਸੀਂ ਗੁਲਾਮ ਆ, ਅਸੀਂ ਗੁਲਾਮ ਆ। ਸਿੱਖ ਨੂੰ ਗੁਲਾਮ ਕਰਨ ਵਾਲਾ ਕੌਣ ਹੈ? ਗੁਰੂ ਨਾਨਕ ਦੇਵ ਜੀ ਪੈਦਾ ਕਦੋਂ ਹੋਏ ਸੀ? ਕੀ ਉਦੋਂ ਤੁਸੀਂ ਆਜ਼ਾਦ ਤੇ? ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਕੀ ਉਦੋਂ ਅਸੀਂ ਗੁਲਾਮ ਨਹੀਂ ਸਾਂ? ਲੇਕਿਨ ਗੁਰੂ ਨਾਨਕ ਨੇ ਗੁਲਾਮੀ ਮੰਨੀ ਹੀ ਨਹੀਂ। ਨਾ ਹੀ ਗੁਰੂ ਨਾਨਕ ਦੇ ਕਿਸੇ ਸਿੱਖ ਨੇ ਗੁਲਾਮੀ ਮੰਨੀ ਹੈ। ਗੁਰੂ ਨਾਨਕ ਦੇ ਸਿੱਖ ਭਾਵੇਂ 100 ਸੀ, ਭਾਵੇਂ 1000 ਸੀ, ਉਹ ਗੁਰੂ ਨਾਨਕ ਦੇ ਹੀ ਸਿੱਖ ਸਨ। ਕਹਿਣ ਤੋਂ ਭਾਵ ਗੁਲਾਮੀ ਦਾ ਸੰਬੰਧ ਤੁਹਾਡੇ ਮੰਨਣ ਦੇ ਨਾਲ ਹੈ। ਉਹ ਤੁਹਾਡੇ ਮੰਨਣ ਦੇ ਨਾਲ ਹੈ। ਜਦ ਤੁਸੀਂ ਆਪ ਹੀ ਮੰਨੀ ਜਾਂਦੇ ਹੋ ਅਸੀਂ ਗੁਲਾਮ ਆ, ਭਾਈ ਗੁਲਾਮ ਬਣੀ ਜਾਓ। ਫਿਰ ਕੋਈ ਹੋਰ ਤਾਂ ਕਹਿ ਨਹੀਂ ਰਿਹਾ ਕਿ ਤੁਸੀਂ ਸਾਡੇ ਗੁਲਾਮ ਹੋ, ਆਪ ਹੀ ਕਹੀ ਜਾਂਦੇ ਆ ਅਸੀਂ ਗੁਲਾਮ ਆ। ਭਲੇ ਮਾਨਸੋ, ਤੁਸੀਂ ਆਪਣੇ ਆਪ ਦਾ ਨਾ ਕਹੋ ਅਸੀਂ ਗੁਲਾਮ ਨਹੀਂ ਹਾਂ। ਮੈਂ ਗੁਲਾਮ ਨਹੀਂ ਹਾਂ ਕਿਸੇ ਦਾ। ਮੇਰੀ 72 ਸਾਲ ਦੀ ਉਮਰ ਹੋ ਗਈ, ਮੈਂ ਆਪਣੀ ਮਰਜ਼ੀ ਨਾਲ ਲਿਖਿਆ, ਮੈਂ ਆਪਣੀ ਮਰਜ਼ੀ ਨਾਲ ਬੋਲਿਆ, ਮੈਂ ਆਪਣੀ ਮਰਜ਼ੀ ਨਾਲ ਸਟੱਡੀ ਕੀਤਾ, ਮੈਂ ਆਪਣਾ ਇਤਿਹਾਸ ਆਪਣੀ ਮਰਜ਼ੀ ਨਾਲ ਲਿਖਿਆ। ਕਿਸੇ ਤੋਂ ਡਰ ਕੇ ਲਿਖਿਆ, ਨਾ ਕਿਸੇ ਤੋਂ ਝਿਪ ਕੇ ਲਿਖਿਆ। ਮੈਂ ਗੁਲਾਮ ਹਾਂ ਹੀ ਨਹੀਂ। ਮੈਂ ਆਪਣੇ ਗੁਰੂ ਦਾ ਸਿੱਖ ਹਾਂ। ਮੈਂ ਜੇ ਗੁਲਾਮ ਹਾਂ ਤਾਂ ਆਪਣੇ ਗੁਰੂ ਦਾ ਗੁਲਾਮ ਹਾਂ, ਕਿਸੇ ਦਾ ਗੁਲਾਮ ਨਹੀਂ ਹਾਂ ਮੈਂ। ਮੈਨੂੰ ਕੌਣ ਮਜਬੂਰ ਕਰ ਲੇਗਾ ਘਰ ਬੈਠੇ ਨੂੰ ਕਿ ਤੂੰ ਐ ਮੰਨ ਐ ਨਾ ਮੰਨ? ਮੈਨੂੰ ਕੌਣ ਮਜਬੂਰ ਕਰ ਲੇਗਾ ਤੂੰ ਐ ਪਾਠ ਪੂਜਾ ਕਰ ਐ ਨਾ ਕਰ? ਕੌਣ ਕਰੇ? ਤੁਹਾਨੂੰ ਵੀ ਕੌਣ ਕਰ ਲੇਗਾ ਮਜਬੂਰ? ਜੇ ਤੁਸੀਂ ਆਪਣੇ ਘਰ ਵਿੱਚ ਬੈਠੇ ਵੀ ਆਜ਼ਾਦ ਨਹੀਂ ਹੋ ਜੀ, ਜੇ ਤੁਸੀਂ ਬਿਨਾਂ ਕਿਸੇ ਦੇ ਰੋਕੇ ਟੋਕੇ ਵੀ ਆਜ਼ਾਦ ਨਹੀਂ ਹੋ ਤੇ ਗੁਲਾਮ ਮੰਨੀ ਜਾਂਦੇ ਹੋ, ਫਿਰ ਮੰਨੀ ਜਾਓ। ਫਿਰ ਇਹਦਾ ਤਾਂ ਕੋਈ ਹੱਲ ਨਹੀਂ ਹੋਇਆ। ਸੋ ਸਿੱਖ ਕਦੇ ਗੁਲਾਮ ਨਹੀਂ ਹੋਇਆ ਜੀ। ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੇ ਗੁਲਾਮੀ ਨਾਲ ਸਮਝੌਤਾ ਨਹੀਂ ਕੀਤਾ ਸੀ। ਮੈਂ ਸਮਝਦਾ ਕਿ 1947 ਦੇ ਵਿੱਚ ਬਹੁਤ ਵੱਡੀ ਗਲਤੀ ਕੀਤੀ ਸੀ, ਬਲੰਡਰ ਮਿਸਟੇਕ ਸੀ ਸਿੱਖ ਲੀਡਰਸ਼ਿਪ ਦੀ, ਜਿਨ੍ਹਾਂ ਨੇ ਵੰਡ ਨੂੰ ਮੰਨ ਲਿਆ, ਜਿਨ੍ਹਾਂ ਨੇ ਪੰਜਾਬ ਨੂੰ ਛੱਡਤਾ। ਚਲੋ ਫਿਰ ਵੀ ਇੰਡੀਆ ਦੇ ਵਿੱਚ ਉਹ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਅੱਛੀ ਤਰ੍ਹਾਂ ਸਰਵਾਈਵ ਕੀਤਾ।
ਬਹੁਤ ਅੱਛੀ ਤਰ੍ਹਾਂ। ਜਿੰਨੀ ਸੈਟਲਮੈਂਟ ਸਿੱਖਾਂ ਦੀ ਇੰਡੀਆ ਦੇ ਵਿੱਚ ਹੋਈ ਹੈ ਇਹ ਸਿੱਖ ਹੀ ਕਰ ਸਕਦੇ ਸਨ। ਹੋਰ ਕੋਈ ਜੇ ਕੋਈ ਕੌਮ ਹੁੰਦੀ ਇਸ ਤਰ੍ਹਾਂ ਉਜੜੀ ਹੋਈ ਉਹ ਨਹੀਂ ਸੀ ਕਰ ਸਕਦੀ। ਹਿੰਦੂ ਤਾਂ ਕਰ ਗਏ ਕਿਉਂਕਿ ਹਿੰਦੂ ਆਜ਼ਾਦ ਭਾਰਤ ਚ ਆ ਗਏ। ਠੀਕ ਹੈ ਨਾ। ਸਿੱਖ ਤਾਂ ਕਰ ਗਏ ਕਿ ਸਿੱਖਾਂ ਦੀ ਮਨ ਚ ਆਜ਼ਾਦੀ ਵਸੀ ਹੋਈ ਸੀ, ਸੋਵਰੇਨਟੀ ਵਸੀ ਹੋਈ ਸੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਪੰਜਾਬ ਤੇ ਰਾਜ ਕੀਤਾ, ਜੇ ਅਸੀਂ ਇਕੱਠੇ ਰਹੇ ਅਸੀਂ ਫਿਰ ਰਾਜ ਕਰਾਂਗੇ। ਤੁਸੀਂ ਇੱਕ ਬੜੀ ਪਿਆਰੀ ਗੱਲ ਕੀਤੀ ਹੈ ਵੀ ਅਸੀਂ ਗੁਲਾਮ ਨਹੀਂ ਆ। ਨਾ, ਨਹੀਂ ਆ। ਪਰ 84 ਦਾ ਵਾਪਰ ਜਾਣਾ, ਹਾਂ, ਉਹਦੇ ਸਮੁੱਚੀ ਕੌਮ ਨੂੰ ਘਰਾਂ ਦੇ ਵਿੱਚੋਂ ਚੱਕਣਾ, ਉਹਦੇ ਹਾਲਾਤ ਹੁਣ ਤੱਕ ਇਨਸਾਫ ਨਾ ਦੇਣਾ, ਧੀਆਂ ਭੈਣਾਂ ਨਾਲ ਰੇਪ ਹੋਣੇ, ਕੀ ਨਾਲ ਗੁਲਾਮੀ ਦਾ ਇੱਕ ਅਹਿਸਾਸ ਤੇ ਕਰਵਾਇਆ। ਇਨਸਾਫ ਕਿਹਦੇ ਕੋਲ ਭਾਲਦੇ ਹੋ ਤੁਸੀਂ? ਇਨਸਾਫ 1984 ਦੇ ਘੱਲੂਘਾਰੇ ਦਾ ਕਿਹਦੇ ਕੋਲੋਂ ਭਾਲਦੇ ਹੋ? ਕਿਹਦੇ ਕੋਲੋਂ ਭਾਲਦੇ ਹੋ ਤੁਸੀਂ? ਸੈਂਟਰ ਗਵਰਨਮੈਂਟ ਕੋਲੋਂ, ਜਿਹਨੇ ਘੱਲੂਘਾਰਾ ਕੀਤਾ। ਕਦੇ ਕੋਈ ਸਿੱਖ ਜ਼ਕਰੀਆ ਖਾਨ ਨੂੰ ਕਹਿਣ ਗਿਆ ਸੀ ਭਾਈ ਇਨਸਾਫ ਕਰ, ਸਾਡੇ ਨਾਲ ਇੰਨੇ ਬੰਦੇ ਮਾਰਤੇ? ਕਦੇ ਗਿਆ ਸੀ? ਸਿੱਖ ਤਾਂ ਕਹਿੰਦੇ ਸਨ ਕੋਈ ਗੱਲ ਨਹੀਂ, ਜੋ ਸਾਡਾ ਖੋਟ ਸੀ ਨਿਕਲ ਗਿਆ। ਪਰ ਲੋਕਤੰਤਰ 'ਚ ਤੁਸੀਂ ਫਿਰ ਕੀ ਕਰੋਗੇ? ਜੇ ਤੁਹਾਡੇ 'ਚ ਅਣਖ ਹੈ, ਜੇ ਤੁਹਾਡੇ 'ਚ ਤਾਕਤ ਹੈ, ਤਾਂ ਤੁਸੀਂ ਪਹਿਲੀ ਗੱਲ ਤਾਂ ਆਪਣੀ ਲੀਡਰਸ਼ਿਪ ਐਸੀ ਪੈਦਾ ਕਰੋਗੇ ਜਿਹੜੀ ਉਹਨਾਂ ਸਾਰੇ ਹਾਲਾਤਾਂ ਦਾ ਬਦਲਾ ਲਊਗੀ। ਕਿਸੇ ਵੀ ਤਰੀਕੇ ਨਾਲ ਬਦਲਾ ਲਿਆ ਜਾ ਸਕਦਾ ਹੈ। ਆਹ ਤਾਂ ਕਮਾਲ ਦੀ ਲੋਕਤੰਤਰਕ ਤਰੀਕਾ ਹੀ ਵਰਤਾਂਗੇ ਨਾ, ਲੋਕਤੰਤਰ ਤੋਂ ਬਾਹਰ ਜਾ ਕੇ ਤਾਂ ਨਹੀਂ ਕਰ ਸਕਦੇ। ਦੇਖੋ, ਲੋਕਤੰਤਰ ਦਾ ਤਰੀਕਾ ਕਿਹੜਾ ਕੋਈ ਮਾੜਾ ਹੈ? ਤੁਸੀਂ ਆਪਣੀ ਲੀਡਰਸ਼ਿਪ ਨੂੰ ਆਪਣੀ ਮਰਜ਼ੀ ਨਾਲ ਚੁਣਨਾ ਹੈ, ਆਪਣੀ ਮਰਜ਼ੀ ਨਾਲ ਵੋਟ ਪਾਉਣੀ ਹੈ। ਤੁਸੀਂ ਉਹੀ ਜੀ ਲੀਡਰਸ਼ਿਪ ਲਿਆਓ ਜਿਹੜੀ ਜਿਵੇਂ ਦੰਦਾਂ ਦੇ ਵਿੱਚ ਜੀਭ ਰਹਿੰਦੀ ਹੈ। ਇਸ ਆ ਸਾਰੀ ਜਿਹੜਾ ਇੱਕ ਅਰਬ ਦੀ ਜਿਹੜੀ ਉਹ ਹੈ ਆਬਾਦੀ ਆ, ਜਾਂ ਜਿਹੜਾ ਸੈਂਟਰ ਗਵਰਨਮੈਂਟ ਹੈ, ਐਡਾ ਵੱਡਾ ਹਿੰਦੁਸਤਾਨ ਹੈ, ਇਹਦੇ ਵਿੱਚ ਰਹਿ ਕੇ ਵੀ ਤੁਹਾਡੀ ਲੀਡਰਸ਼ਿਪ ਸ਼ੇਰਾਂ ਵਾਂਗੂ ਵਿਚਰ ਸਕਦੀ ਹੈ। ਗੱਲ ਤਾਂ ਇਹ 32 ਦੰਦਾਂ ਦੇ ਵਿੱਚ ਜੀਭ ਵਿਚਰਦੀ ਹੈ। ਹਾਂਜੀ, ਬਿਲਕੁਲ ਸ਼ੇਰਾਂ ਵਾਂਗੂ ਵਿਚਰ ਸਕਦੀ ਸੀ ਇੱਥੇ। ਤੁਹਾਡੀ ਲੀਡਰਸ਼ਿਪ ਨੂੰ ਕੌਣ ਖਰੀਦੂਗਾ? ਜੇ ਕੋਈ ਬੰਦਾ ਵਿਕਣ ਵਾਲਾ ਹੋਊਗਾ ਹੀ ਨਹੀਂ ਇੱਥੇ, ਉਹਨੂੰ ਖਰੀਦੂਗਾ ਕੌਣ? ਸਾਡੀ ਲੀਡਰਸ਼ਿਪ ਤਾਂ ਅਸੀਂ ਇਹੀ ਜੀ ਚੁਣੀ ਕਿ ਉਹਨੂੰ ਜਦੋਂ ਮਰਜ਼ੀ ਖਰੀਦ ਲਓ। ਕਹਿੰਦੇ ਨੇ ਜੀ ਸਿੱਖਾਂ ਨੇ ਦਸਤਖਤ ਨਹੀਂ ਕੀਤੇ ਵਿਧਾਨ ਸਭਾ ਜਿਹੜੀ ਸੰਵਿਧਾਨ ਬਣਾਉਣ ਵਾਲੀ, ਕਿਹੜਾ ਮੈਂਬਰ ਸੀ ਤੁਹਾਡਾ ਉੱਥੇ? ਦੱਸੋ ਸਹੀ ਮੈਨੂੰ, ਦੱਸੋ ਸਹੀ। ਤੁਹਾਨੂੰ ਯਾਦ ਹੈ ਜੀ ਭਾਰਤ ਦੀ ਸੰਵਿਧਾਨ ਬਣਾਉਣ ਘੜਨੀ ਸਭਾ ਦੇ ਵਿੱਚ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਕਿਹੜੇ ਸੀ? ਜੀ ਵੈਸੇ ਮੈਨੂੰ ਤਾਂ ਪਤਾ ਨਹੀਂ ਕਿ ਕੋਈ ਰਿਪਰੈਜ਼ੈਂਟੇਟਿਵ ਹੈਗਾ ਵੀ ਸੀ ਕਿ ਨਹੀਂ। ਠੀਕ ਹੈ ਨਾ। ਲੈ ਦੇ ਕੇ ਅਸੀਂ ਹੁਕਮ ਸਿੰਘ ਦਾ ਨਾਂ ਲੈ ਦਿੰਦੇ ਹਾਂ, ਸਰਦਾਰ ਉਜਲ ਸਿੰਘ ਦਾ ਨਾਂ ਲੈ ਦਿੰਦੇ ਹਾਂ। ਇਹ ਤਾਂ ਸਪੀਕਰ ਬਣੇ ਰਹੇ ਨੇ। ਜੇ ਉੱਥੇ ਦਸਤਖਤ ਨਹੀਂ ਕਰਕੇ ਆਏ ਉਹਦਾ ਮਤਲਬ ਕੀ ਹੋਇਆ? ਚੋਣਾਂ ਵੀ ਲੜਦੇ ਰਹੇ ਨੇ, ਉਹ ਸਪੀਕਰ ਵੀ ਬਣਦੇ ਰਹੇ ਨੇ, ਗਵਰਨਰ ਵੀ ਬਣਦੇ ਰਹੇ ਨੇ। ਫਿਰ ਸਿਗਨੇਚਰ ਨਾ ਕਰਨ ਦਾ ਮਤਲਬ ਕੀ ਹੋਇਆ? ਜੇ ਸਿਗਨੇਚਰ ਨਹੀਂ ਕੀਤਾ ਸੀ ਸੰਵਿਧਾਨ ਘੜਨੀ ਸਭਾ ਦੇ ਵਿੱਚ ਉਸ ਸੰਵਿਧਾਨ ਦੇ ਉੱਪਰ, ਫਿਰ ਉਹਨੂੰ ਮੰਨਿਆ ਕਿਉਂ? ਅਸਤੀਫਾ ਦੇ ਕੇ ਆਓ। ਆਪਣੀ ਕੌਮ ਨੂੰ ਕਹੇ ਅਸੀਂ ਮੰਨਿਆ ਨਹੀਂ, ਅਸੀਂ ਨਹੀਂ ਨਾ ਸਹੁੰ ਚੁੱਕਣੀ ਆ, ਨਾ ਉਹਦੇ ਸੰਵਿਧਾਨ ਦੇ ਤਹਿਤ ਅਸੀਂ ਕੋਈ ਚੋਣ ਲੜਨੀ ਹੈ। ਦੇਖੋ ਫਿਰ ਕੌਮ ਨੇ ਤੁਹਾਨੂੰ ਕਿਵੇਂ ਆਪਣੀਆਂ ਬਾਹਾਂ ਤੇ ਚੁੱਕਣਾ ਸੀ। ਕੌਮ ਨੂੰ ਤਾਂ ਤੁਸੀਂ ਇਹ ਮੈਸੇਜ ਦਿੱਤਾ ਹੀ ਨਹੀਂ ਕਿ ਅਸੀਂ ਸੰਵਿਧਾਨ ਘੜਨੀ ਸਭਾ ਦੇ ਵਿੱਚ ਸਿਗਨੇਚਰ ਨਹੀਂ ਕਰਕੇ ਆਏ। ਉਹੀ ਬੰਦੇ ਜਿਹੜੇ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਸਨ, ਉਹੀ ਸਪੀਕਰ ਬਣਦੇ ਰਹੇ, ਉਹੀ ਗਵਰਨਰ ਬਣਦੇ ਰਹੇ, ਉਹੀ ਲੋਕ ਸਭਾ ਦੇ ਮੈਂਬਰ ਬਣਦੇ ਰਹੇ। ਤੇ ਫਿਰ ਕੌਮ ਨੂੰ ਇਹ ਮੈਸੇਜ ਕਿਉਂ ਦਿੱਤਾ ਗਿਆ ਵੀ ਅਸੀਂ ਸਾਈਨ ਨਹੀਂ ਕੀਤੇ? ਬੁੱਧੂ ਬਣਾਇਆ। ਫਿਰ ਕੌਮ ਵੀ ਬੁੱਧੂ ਬਣੀਆਂ, ਉਹ ਲੋਕ ਖੁਦ ਬੁੱਧੂ ਸਨ, ਖੁਦ ਵਿਕਾਊ ਸਨ। ਕੀ ਕਰਨ ਉਹ? ਜੇ ਕਹਿ ਆਏ ਕਿ ਅਸੀਂ ਵਾਕਆਊਟ ਕਰ ਆਏ ਹਾਂ, ਅਸੀਂ ਸਿਗਨੇਚਰ ਨਹੀਂ ਕੀਤਾ, ਮੈਨੂੰ ਹੈਰਾਨੀ ਆਉਂਦੀ ਹੈ। ਫਿਰ ਉਹਨਾਂ ਨੂੰ ਪੁੱਛਦਾ ਲਓ ਕਿ ਤੁਸੀਂ ਫਿਰ ਸਪੀਕਰ ਕਿਉਂ ਬਣੇ ਹੋ? ਫਿਰ ਪਾਰਲੀਮੈਂਟ ਦੀ ਤੁਸੀਂ ਚੋਣ ਕਿਉਂ ਲੜੀ ਹੈ? ਉਹ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ। ਉਹ ਵੀ ਕੁਦਰਤੀ ਗੱਲ ਹੈ, ਤਾਂ ਹੀ ਚੋਣ ਲੜੋਗੇ ਜੇ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਵਿਚਰੋਗੇ ਤੁਸੀਂ। ਸੋ ਇਹਨਾਂ ਗੱਲਾਂ ਦੀ ਮੈਨੂੰ ਸਮਝ ਨਹੀਂ ਆ ਰਹੀ। ਇਹਨਾਂ ਦਾ ਗੱਲਾਂ ਦਾ ਇੱਕੋ ਹੀ ਮੈਂ ਗੱਲ ਕਰ ਸਕਦਾ, ਕੌਮ ਵੀ ਕਨਫਿਊਜ਼ਨ 'ਚ ਹੈ। ਜਦੋਂ ਕੌਮ ਹੀ ਕਨਫਿਊਜ਼ਨ 'ਚ ਹੈ, ਉਹਦੀ ਲੀਡਰਸ਼ਿਪ ਨੇ ਤਾਂ ਕਨਫਿਊਜ਼ਨ 'ਚ ਹੋਣਾ ਹੀ ਹੈ। ਜੀ 1947 ਤੋਂ ਬਾਅਦ ਸਿੱਖ ਕੌਮ ਨੇ ਤਾਂ ਆਪਣੀ ਮਿਹਨਤ ਨਾਲ ਇਤਨੀ ਤਰੱਕੀ ਕਰ ਲਈ ਕਿ ਉਹ ਆਪਣੇ ਆਪ ਨੂੰ ਦੁਬਾਰਾ ਫਿਰ ਪੈਰਾਂ 'ਤੇ ਖੜਾ ਕਰ ਲਿਆ। ਲੇਕਿਨ ਉਹ ਮਿਹਨਤੀ ਕੌਮ ਆਪਣੀ ਐਸੀ ਲੀਡਰਸ਼ਿਪ ਨਹੀਂ ਚੁਣ ਸਕੀ ਜਿਹੜੀ ਸੈਂਟਰ ਗਵਰਨਮੈਂਟ ਨੂੰ ਦਿਖਾ ਸਕਦੀ ਕਿ ਸਿੱਖਾਂ ਦੀ ਪੋਜੀਸ਼ਨ ਪਹਿਲਾਂ ਕੀ ਸੀ, ਅੱਜ ਕੀ ਹੈ। ਜੀ ਇੱਕ ਕੌਮ ਆਪਣੀ ਸਟੇਟ ਤੇ ਰਾਜ ਕਰ ਚੁੱਕੀ ਹੈ। ਜੀ ਇੱਕ ਕੌਮ, ਪਹਿਲੀ ਗੱਲ ਤਾਂ ਉਹ ਕੌਮ ਭੁੱਲਦੀ ਨਹੀਂ ਹੁੰਦੀ ਕਿ ਅਸੀਂ ਰੂਲਿੰਗ ਤੇ ਰਹਾ। ਜੀ ਅਸੀਂ ਪੰਜਾਬ ਤੇ ਰਾਜ ਕੀਤਾ ਹੈ। ਕਿਹੜਾ ਮਾਂ ਦਾ ਪੁੱਤ ਹੈ ਜਿਹੜਾ ਪੰਜਾਬ ਉਸ ਕੌਮ ਕੋਲੋਂ ਛਡਾਲੂਗਾ ਜਿਸ ਸਟੇਟ ਤੇ ਉਸ ਕੌਮ ਨੇ ਰਾਜ ਕੀਤਾ ਹੋਵੇ?
85 ਸਾਲ ਮੱਖੂ ਸਾਹਿਬ ਸਿੱਖਾਂ ਨੇ ਰਾਜ ਕੀਤਾ। 85 ਸਾਲ ਗਿਣੇ ਨੇ ਕਦੇ ਸਾਲ? ਸਦੀ ਦੇ ਲਾਗੇ ਹੈ, ਸਦੀ ਦੇ ਲਾਗੇ ਜਾ ਪਿਆ। ਹਾਂ 1765 ਤੋਂ ਲੈ ਕੇ 1849 ਤੱਕ 85 ਸਾਲ ਬਣ ਜਾਂਦੇ ਨੇ ਪੰਜਾਬ ਤੇ ਰਾਜ ਕੀਤਾ ਹੈ। ਔਰ ਰਾਜ ਵੀ ਕੋਈ ਉਹ ਲੁਕ ਛਿਪ ਕੇ ਨਹੀਂ ਕੀਤਾ। ਫਰਾਂਸ ਦੇ ਨਾਲ ਵੀ ਸਾਡੀਆਂ ਸੰਧੀਆਂ ਹੋਈਆਂ ਨੇ। ਜਿਹੜੀ ਸਭ ਤੋਂ ਵੱਧ ਪਾਵਰਫੁਲ ਕੌਮ ਸੀ ਈਸਟ ਇੰਡੀਆ ਕੰਪਨੀ, ਬ੍ਰਿਟਿਸ਼ ਗਵਰਨਮੈਂਟ, ਉਹਦੇ ਨਾਲ ਵੀ ਸਾਡੀਆਂ ਬਰਾਬਰ ਦੀਆਂ ਸੰਧੀਆਂ ਹੋਈਆਂ ਨੇ, ਹੱਦਾਂ ਮਿੱਥੀਆਂ ਹੋਈਆਂ ਨੇ। ਸਾਡੀ ਹੱਦ ਇੱਧਰ, ਤੁਹਾਡੀ ਹੱਦ ਇੱਧਰ। ਮੈਨੂੰ ਇੱਕ ਵੀ ਕੌਮ ਦੱਸੋ। ਪਰ ਹੱਦਾਂ ਤਾਂ ਸਾਡੇ ਪੰਜਾਬ ਦੇ ਵਿੱਚ ਆ ਕੇ ਬਣੀਆਂ ਨਾ ਉਹਨਾਂ ਜਿੱਥੇ ਮਰਜ਼ੀ ਬਣ ਗਈਆਂ। ਸਤਲੁਜ ਜਿਸ ਤਰ੍ਹਾਂ ਦੀ ਹੱਦ ਬਣ ਗਿਆ ਸੀ ਬ੍ਰਿਟਿਸ਼ ਇੰਪਾਇਰ ਅਤੇ ਸਿੱਖ ਇੰਪਾਇਰ ਦੇ ਵਿਚਕਾਰ, ਸਤਲੁਜ ਦਰਿਆ ਜਿਸ ਤਰ੍ਹਾਂ ਹੱਦ ਬਣ ਗਿਆ ਸੀ। ਕਿਉਂਕਿ ਲੁਧਿਆਣੇ ਦੇ ਪਰਲੇ ਪਾਸੇ ਫਿਲੌਰ, ਸਤਲੁਜ ਤੋਂ ਦੱਖਣ ਪੂਰਬ ਵਾਲੇ ਪਾਸੇ ਜੀ ਰਣਜੀਤ ਸਿੰਘ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਓਕੇ, ਜਿਹੜੀ 1809 ਦੀ ਸੰਧੀ ਸੀ। ਲੇਕਿਨ ਸਤਲੁਜ ਦੇ ਉੱਤਰ ਪੱਛਮ ਵੱਲ ਬ੍ਰਿਟਿਸ਼ ਗਵਰਨਮੈਂਟ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਕਦੇ ਅੰਗਰੇਜ਼ਾਂ ਨੇ ਕਿਸੇ ਨਾਲ ਵਾਅਦਾ ਕੀਤਾ ਕਿ ਇਦੋਂ ਪਰਲੇ ਪਾਸੇ ਸਾਡਾ ਕੋਈ ਅਧਿਕਾਰ ਨਹੀਂ ਹੋਏਗਾ? ਪੂਰੇ ਭਾਰਤ ਵਿੱਚ ਕਿਸੇ ਨਾਲ ਸੰਧੀ ਐਸੀ ਨਹੀਂ ਹੋਈ? ਕੋਈ ਨਹੀਂ ਸੰਧੀ ਹੋਈ ਕਿਸੇ ਨਾਲ। ਦਿਖਾਓ ਕਿਸੇ ਵੀ ਰਿਆਸਤ ਨਾਲ, ਕਿਸੇ ਨਾਲ ਰਿਆਸਤ ਨਾਲ ਇਹੀ ਦੀ ਸੰਧੀ ਨਹੀਂ ਹੋਈ ਜਿਹੜੀ ਸਿੱਖਾਂ ਨਾਲ ਹੋਗੀ, ਜਿਹੜੀ ਸਿੱਖਾਂ ਨਾਲ ਹੋਈ ਹੈ। ਜਿਹਦੇ 1809 ਤੋਂ ਲੈ ਕੇ 45 ਤੱਕ ਅੰਗਰੇਜ਼ਾਂ ਨੇ ਇੱਕ ਵਾਰ ਵੀ ਅਟੈਂਪਟ ਨਹੀਂ ਕੀਤੀ ਉਹਨੂੰ ਤੋੜਨ ਦੀ। ਠੀਕ ਹੈ ਨਾ? ਇਹ ਗੱਲਾਂ ਕਦੇ ਸੋਚੀਆਂ ਨੇ? ਆ ਜਿਹੜੇ ਕਿਤਾਬਾਂ ਲਿਖਦੇ ਨੇ, ਜਿਹੜੇ ਮਤਲਬ ਆਪਰੇਸ਼ਨ ਬਲੂ ਸਟਾਰ ਤੇ ਜਾਂ ਇਸ ਘੱਲੂਘਾਰੇ ਤੇ, ਉਹਨਾਂ ਨੇ ਕਦੇ ਇਹ ਗੱਲਾਂ ਸੋਚੀਆਂ ਨੇ? ਉਹ ਨਫਰੀਆਂ ਦੱਸ ਰਹੇ ਨੇ ਜੀ 25,000 ਫੌਜ ਹੋਊਗੀ ਜਾਂ 18,000 ਫੌਜ ਹੋਊਗੀ, 20 ਟੈਂਕ ਹੋਣਗੇ ਜਾਂ 25 ਟੈਂਕ ਹੋਣਗੇ, 5 ਹੈਲੀਕਾਪਟਰ ਉੜਦੇ ਨੇ ਜਾਂ 4 ਹੈਲੀਕਾਪਟਰ ਉੜਦੇ ਨੇ। ਇਹਨਾਂ ਗੱਲਾਂ ਤੇ ਉਹ ਕਾਗਜ਼ ਕਾਲੇ ਕੀਤੇ ਪਏ ਨੇ। ਇਹਨਾਂ ਦੀ ਗਿਣਤੀ ਦਾ ਸਾਡਾ ਕੋਈ ਮਤਲਬ ਹੀ ਨਹੀਂ ਹੈਗਾ। ਜੇ 5 ਹੈਲੀਕਾਪਟਰ ਉੜ ਰਹੇ ਨੇ ਤੇ 5 ਡੇਗ ਰਹੇ ਤਾਂ 5 ਹੋਰ ਆ ਜਾਣਗੇ ਉੱਥੇ। ਉਹ ਤਾਂ ਮੁੱਕਣੇ ਹੀ ਨਹੀਂ ਜੀ। ਮੁੱਕਣਗੇ ਤਾਂ ਸਾਡੇ ਬੰਦੇ ਜਿਹੜੇ ਗਿਣਤੀ ਦੇ ਨੇ 50 ਜਾਂ 60 ਬੰਦੇ ਨੇ ਉੱਥੇ। ਭਾਰਤੀ ਫੌਜ ਦੇ ਜਰਨੈਲ ਕਹਿ ਰਹੇ ਨੇ ਤੇ ਸੰਭਲ ਕੇ ਅੱਗੇ ਜਾਇਓ, ਆਪਣੇ ਆਪ ਨੂੰ ਬਚਾ ਕੇ ਅੱਗੇ ਜਾਇਓ। ਸਾਡਾ ਸਿੰਘ ਕਹਿ ਰਿਹਾ, ਜਰਨੈਲ ਸਿੰਘ ਕਹਿ ਰਿਹਾ, ਮੌਤ ਤੋਂ ਨਹੀਂ ਡਰਨਾ। ਬੇਸ਼ੱਕ ਗੋਲੀ ਤੁਹਾਡੀ ਛਾਤੀ 'ਚ ਵੱਜੇ। ਜਿਹੜੇ ਗਿਣਤੀ 'ਚ 60 ਜਾਂ 70 ਨੌਜਵਾਨ ਨੇ ਉਹ ਤਾਂ ਡਰਦੇ ਨਹੀਂ ਹੈਗੇ। ਜਿਹੜੇ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ 'ਚ ਨੇ ਉਹ ਕਹਿੰਦੇ ਨੇ ਸੰਭਲ ਕੇ ਅੱਗੇ ਜਾਇਓ, ਮਾਰੇ ਨਾ ਜਾਇਓ, ਕਿਤੇ ਆਪਣੇ ਆਪ ਨੂੰ ਬਚਾ। ਔਰ ਹਰ ਤਰ੍ਹਾਂ ਦਾ ਆਧੁਨਿਕ ਹਥਿਆਰ ਹੈ ਅਗਲਿਆਂ ਕੋਲ, ਹਰ ਤਰ੍ਹਾਂ ਦਾ ਹਥਿਆਰ ਹੈ, ਆਧੁਨਿਕ ਹਥਿਆਰ ਹੈ ਉਹਨਾਂ ਕੋਲੇ। ਇਹਨਾਂ ਗੱਲਾਂ ਨੂੰ ਕਦੇ ਲਿਖਿਆ ਕਿਸੇ ਨੇ? ਸੋ ਲੋੜ ਇਹਨਾਂ ਗੱਲਾਂ ਨੂੰ ਲਿਖਣ ਦੀ ਹੈ। ਲੋੜ ਇਹ ਦੱਸਣ ਦੀ ਹੈ ਆਪਰੇਸ਼ਨ ਬਲੂ ਸਟਾਰ ਨਾਲ ਉਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਮਾਰਨਾ ਨਹੀਂ ਸੀ, ਨਾ ਸੰਤ ਜਰਨੈਲ ਸਿੰਘ ਨੂੰ ਅੰਦਰੋਂ ਕੱਢਣ ਦਾ ਇਰਾਦਾ ਸੀ ਉਹਨਾਂ ਦਾ। ਉਹਨਾਂ ਨੇ ਸਿੱਖ ਕੌਮ ਦੀ ਆਕੜ ਭੰਨਣੀ ਸੀ। ਆਕੜ ਭੰਨਤੀ। ਕਮਾਲ ਦੀ ਗੱਲ ਹੈ, ਆਕੜ ਭੰਨਤੀ। ਉਹ ਸਿੱਖਾਂ ਦਾ ਜਿਹੜਾ ਸੋਵਰਨ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ, ਤੋਪਾਂ ਨਾਲ ਢਾਤਾ। ਕੀ ਬਾਤ ਹੈ। ਮੇਨਤੁਰਾ ਜੀ, ਜਿਹੜਾ ਮੇਨਤੁਰਾ ਸਾਡੀ ਜੜ, ਸਾਡੀ ਸੋਵਰਨਟੀ ਦੀ ਨਿਸ਼ਾਨੀ। ਸਾਡੇ ਕੋਲ ਤਖਤ ਹੋਵੇ ਨਾ ਹੋਵੇ, ਸਾਡੇ ਕੋਲ ਸਰਕਾਰ ਹੋਵੇ ਨਾ ਹੋਵੇ, ਸਾਡੇ ਕੋਲ ਅਕਾਲ ਤਖਤ ਸਾਹਿਬ ਹੈ। ਸਭ ਕੁਝ ਸਾਡੇ ਕੋਲ ਹੈ, ਜਿਹੜਾ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਰਿਹਾ, ਕਦੇ ਵੀ ਕਿਸੇ ਦਾ ਗੁਲਾਮ ਨਹੀਂ ਰਿਹਾ। ਮੁਗਲ ਸਾਮਰਾਜ ਦੇ ਸਮੇਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਔਰ ਮੀਰੀ ਪੀਰੀ ਦਾ ਐਲਾਨ ਕੀਤਾ। ਅਸੀਂ ਸੰਸਾਰਕ ਮਾਮਲਿਆਂ ਵਿੱਚ ਵੀ ਸੋਵਰਨ ਹਾਂ, ਅਸੀਂ ਧਾਰਮਿਕ ਮਾਮਲਿਆਂ ਵਿੱਚ ਵੀ ਸੋਵਰਨ ਹਾਂ। ਬਾਦਸ਼ਾਹ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ ਸਹਾਂਗੇ। ਉਹ ਸੋਵਰਨਟੀ ਦਾ ਪ੍ਰਤੀਕ ਅਕਾਲ ਤਖਤ ਢਾਤਾ ਤੋਪਾਂ ਮਾਰ ਕੇ। ਉਹ ਸੰਤ ਜਰਨੈਲ ਸਿੰਘ ਨੂੰ ਕੱਢਣਾ, ਅਸੀਂ ਸੰਤ ਜਰਨੈਲ ਸਿੰਘ ਨੂੰ ਕੱਢੋ ਉਥੋਂ। ਸੰਤ ਜਰਨੈਲ ਸਿੰਘ ਨਾਲ ਲੜਾਈ ਲੜਨੀ ਹੈ, ਲੜੋ। ਅਕਾਲ ਤਖਤ ਢਾਉਣ ਦਾ ਕੀ ਮਤਲਬ? ਪਾਰਲੀਮੈਂਟ ਦੇ ਵਿੱਚ ਵੀ ਕੋਈ ਅੱਤਵਾਦੀ ਵੜ ਗਏ ਸੀ ਇੱਕ ਵਾਰ, ਕਿਹੜੇ ਸਾਲ 'ਚ ਬੜੇ ਸੀ ਉਹ? ਪਾਰਲੀਮੈਂਟ ਢਾਈ ਹੈ? ਨਹੀਂ ਢਾਈ। ਕਿਉਂ ਸਹੀ ਸਲਾਮਤ ਕੱਢ ਕੇ ਲੈ ਆਏ ਉਹਨਾਂ ਨੂੰ, ਜਿਹੜੇ ਅੱਤਵਾਦੀ ਉੱਥੇ ਅੰਦਰ ਬੜੇ ਸੀ? ਬੜੇ ਸੀ ਵੀ ਜਾਂ ਨਹੀਂ ਪਤਾ ਨਹੀਂ ਜੀ। ਉਹ ਵੈਸੇ ਵੀ ਕਹਾਣੀ ਘੜੀ ਜਾ ਮਿਲ ਜਾਂਦੀ ਹੈ। ਹਾਂਜੀ, ਸਾਰੀ ਗੱਲ ਠੀਕ ਹੈ ਨਾ। ਇੱਕ ਕੋਈ ਬਿਰਲਾ ਮੰਦਿਰ 'ਚ, ਕਿਹੜਾ ਮੰਦਿਰ ਸੀ ਉੱਥੇ ਵੀ ਬੜੇ ਸੀ, ਉੱਥੇ ਵੀ ਹੋਇਆ ਸੀ। ਮੰਦਿਰ ਢਾਇਆ ਉਹ ਨਹੀਂ। ਫਿਰ ਅਕਾਲ ਤਖਤ ਸਾਹਿਬ ਨੂੰ ਹੀ ਢਾਉਣ ਦੀ ਕੀ ਮਜਬੂਰੀ ਹੋਈ ਸੀ? ਕੀ ਤੁਸੀਂ ਟੈਂਕਾਂ ਤੋਂ ਬਗੈਰ ਨਹੀਂ ਸੀ ਅੰਦਰ ਜਾ ਸਕਦੇ? ਕੀ ਖਾੜਕੂਆਂ ਕੋਲ ਟੈਂਕ ਸਨ? ਕੀ ਖਾੜਕੂਆਂ ਕੋਲ ਤੋਪਾਂ ਸਨ? ਪਰ ਜਿਹੜੀ ਸਰਕਾਰ ਕੋਲ ਜਿਹੜਾ ਹਥਿਆਰ ਹੁੰਦਾ ਅਗਲੇ ਫਿਰ ਵਰਤਦੇ ਤੇ ਹੈ ਨੇ ਨਾ। ਦੇਖੋ, ਜੇ ਕੌਮ ਦੀ ਆਕੜ ਭਰਨੀ ਹੈ ਜੋ ਮਰਜ਼ੀ ਵਰਤ ਲਓ। ਹਾਂ, ਇੱਕ ਪਾਸੇ ਆਪਾਂ ਖੁਦ ਕਹਿ ਰਹੇ ਵੀ ਆਕੜ, ਉਹ ਤੇ ਜੇ ਜੰਗ ਲੜਨੀ ਹੁੰਦੀ ਫਿਰ ਸਟ੍ਰੈਟਜੀ ਹੁੰਦੀ ਨਾ। ਜਦੋਂ ਜੰਗ ਦਾ ਉਹਨਾਂ ਦਾ ਮਾਹੌਲ ਹੀ ਕੋਈ ਨਹੀਂ ਸੀ ਤਾਂ ਆਕੜ ਭੰਨਣ ਵਾਸਤੇ ਆਏ ਸਨ। ਆਕੜ ਭੰਨਣ ਵਾਸਤੇ ਫਿਰ ਅਗਲਾ ਕੁਝ ਵੀ ਕਰ ਸਕਦਾ ਸੀ।
ਇੱਕ ਮਨ ਦੇ ਵਿੱਚ ਹੋਰ ਖਿਆਲ ਆ ਰਿਹਾ ਹੈ, ਹੂੰ ਉਸ ਸਮੇਂ ਦਾ ਐਸਾ ਕੀ ਮਾਹੌਲ ਬਣਿਆ, ਹੂੰ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਕੜ ਭੰਨਣੀ ਸੀ, ਓਕੇ ਕੱਲੀ ਆਕੜ ਭੰਨਣ ਵਾਸਤੇ ਹੀ ਸਾਰਾ ਕੁਝ, ਉਸ ਤੋਂ ਪਹਿਲਾਂ ਵੀ ਕੁਝ ਐਸਾ ਵਾਪਰਦਾ ਰਿਹਾ, ਕੁਝ ਇੱਥੋਂ ਦਿੱਲੀ ਜਾਂਦਾ ਰਿਹਾ, ਦਿੱਲੀ ਦੀ ਖਬਰ ਇੱਥੇ ਆਉਂਦੀ ਰਹੀ, ਕਿਉਂਕਿ ਅਖਬਾਰਾਂ ਨੇ ਵੀ ਦੇਖੋ, ਉਸ ਸਮੇਂ ਦਾ ਰੋਲ ਅਦਾ ਕੀਤਾ ਦੇਖੋ ਵੀ ਬਾਬਾ ਜਰਨੈਲ ਸਿੰਘ ਆਹ ਗੱਲ ਕਹਿ ਰਿਹਾ, ਬਾਬਾ ਜਰਨੈਲ ਸਿੰਘ ਆਹ ਗੱਲ ਕਹਿ ਰਿਹਾ। ਬਲਦੀ ਤੇ ਤੇਲ ਤੇ ਬਹੁਤ ਲੋਕਾਂ ਨੇ ਪਾਇਆ। ਦੇਖੋ ਮੀਡੀਆ ਦੀ ਤਾਂ ਗੱਲ ਕਰਨ ਦੀ ਲੋੜ ਨਹੀਂ, ਮੀਡੀਆ ਹਮੇਸ਼ਾ ਇਹੀ ਜੀ ਗੱਲ ਕਰਦਾ ਹੁੰਦਾ ਹੈ ਜਿਹਦੇ ਨਾਲ ਜ਼ਿਆਦਾ ਭੜਕਾਹਟ ਪੈਦਾ ਹੋਵੇ। ਕੋਈ ਵੀ ਕਿਸੇ ਦਾ ਵੀ ਮੀਡੀਆ, ਅੱਜ ਕੱਲ੍ਹ ਦੇ ਮੀਡੀਆ ਨਹੀਂ ਇਕੱਲਾ ਹੈਗਾ, ਮੀਡੀਆ ਕੋਈ ਵੀ ਹੋਵੇ ਉਹਨੇ ਗੱਲ, ਕਿਉਂਕਿ ਉਹਨੂੰ ਗੱਲ ਚਾਹੀਦੀ ਹੈ ਗਰਮ ਗਰਮ, ਤਾਂ ਕਿ ਲੋਕ ਉਹਨੂੰ ਇੰਟਰਸਟ ਲੈ ਕੇ ਪੜ੍ਹਨ, ਤੇ ਫਿਰ ਕੱਲ ਨੂੰ ਫਿਰ ਸਾਨੂੰ ਜ਼ਿਆਦਾ ਵਧੀਆ ਖਬਰ ਆਵੇ, ਕੱਲ ਨੂੰ ਅਸੀਂ ਫਿਰ ਜ਼ਿਆਦਾ ਵਧੀਆ ਖਬਰ ਲਾਈਏ, ਠੀਕ ਹੈ ਨਾ। ਉਹ ਇਹਦੀ ਗੱਲ ਛੱਡੋ, ਗੱਲ ਤਾਂ ਇਹ ਹੈ ਜੂਨ 1984 ਤੋਂ ਪਹਿਲਾਂ ਅਕਾਲੀ ਦਲ ਦਾ ਜਿਹੜਾ ਰੋਲ ਸੀ ਸਿੱਖ ਰਾਜਨੀਤੀ ਦੇ ਵਿੱਚ ਬੜਾ ਢਾਹੂ ਕਿਸਮ ਦਾ ਸੀ, ਉਹ ਨਿੰਦਣੀय ਕਿਸਮ ਦਾ ਸੀ। ਕਹਿੰਦਾ ਤਾਂ ਅਕਾਲੀ ਦਲ ਰਿਹਾ ਕਿ ਅਸੀਂ ਪੰਥਕ ਹਿੱਤਾਂ ਦੀ ਰਾਖੀ ਲਈ ਇੱਕ ਪੰਥਕ ਜਥੇਬੰਦੀ ਬਣਾਈ ਹੋਈ ਆ, ਅਸੀਂ ਸ਼ਹੀਦਾਂ ਦੀ ਜਥੇਬੰਦੀ ਹੈ। ਪਰ 1947 ਦੀ ਗੱਲ ਮੈਂ ਛੱਡਦਾ, ਵੈਸੇ 1947 ਦੇ ਵਿੱਚ ਸਭ ਤੋਂ ਵੱਡੀ ਬਲੰਡਰ ਮਿਸਟੇਕ ਕੀਤੀ ਸੀ ਅਕਾਲੀ ਲੀਡਰਸ਼ਿਪ ਨੇ, ਉਹ ਹੋ ਗਈ। 1947 ਤੋਂ ਬਾਅਦ ਇੰਡੀਆ ਵਿੱਚ ਵੀ ਇਹਨੇ ਕੋਈ ਐਸੀ ਪਾਲਿਸੀ ਨਹੀਂ ਅਪਣਾਈ ਜਿਸ ਰਾਹੀਂ ਇਹ ਆਪਣੇ ਖੋਏ ਹੋਏ ਸਨਮਾਨ ਨੂੰ ਮੁੜ ਕੇ ਬਹਾਲ ਕਰ ਸਕਦੀ। 1947 ਤੋਂ ਲੈ ਕੇ 1966 ਤੱਕ ਪੰਜਾਬੀ ਸੂਬੇ ਦੇ ਵਿੱਚ ਹੀ ਇਹ ਉਲਝੇ ਰਹੇ ਨੇ ਜੀ, ਉਲਝੇ, ਖਟਿਆ ਵੀ ਕੁਝ ਨਹੀਂ, ਖੱਟਿਆ ਵੀ ਕੁਝ ਨਹੀਂ। ਹਾਂ, ਤੁਸੀਂ ਮਤਲਬ ਖੱਟਣ ਪਾਣੀਆਂ ਦੇ ਸਮਝੌਤੇ ਉਦੋਂ ਹੋ ਗਏ ਸੀ ਜੀ, ਮਤਲਬ ਖੱਟਿਆ ਵੀ ਕੁਝ ਨਹੀਂ, ਔਰ ਉਲਝੀ ਰਹੀ ਹੈ ਇੱਕ ਪੰਜਾਬੀ ਬੋਲੀ ਦੇ ਆਧਾਰ ਤੇ। ਇਹ ਕਿਹੜਾ ਵੱਡਾ ਮਸਲਾ ਸੀ ਜੀ ਇਹ, ਬੋਲੀ ਦੇ ਆਧਾਰ ਤੇ ਸਟੇਟ ਨੂੰ ਬਣਾਉਣੀ। ਤੁਸੀਂ ਬੜੀ ਸਿਆਣਪ ਨਾਲ ਸੈਂਟਰ ਗਵਰਨਮੈਂਟ ਦੇ ਨਾਲ ਟੇਬਲ ਤੇ ਬਹਿ ਕੇ ਉਹਨੂੰ ਕਨਵਿੰਸ ਕਰ ਸਕਦੇ ਹੋ ਕਿ ਅਸੀਂ ਮਾਨ ਸਨਮਾਨ ਹਾਸਲ ਕੀਤਾ ਹੋਈ ਕੌਮ ਆ, ਪਹਿਲਾਂ ਅਸੀਂ ਅਸੀਂ ਪੂਰੀ ਦੀ ਪੂਰੀ ਆਜ਼ਾਦੀ ਵਿੱਚ ਅਸੀਂ ਮੋਹਰੀ ਹੋ ਕੇ ਰੋਲ ਅਦਾ ਕੀਤਾ। ਹੁਣ ਸਾਡੇ ਲਈ ਵੀ ਇੱਕ ਐਸੀ ਸਟੇਟ ਬਣਾਉਣੀ ਚਾਹੀਦੀ ਹੈ ਜਿੱਥੇ ਅਸੀਂ ਆਪਣੀ ਬੋਲੀ ਨੂੰ ਵੀ ਸੁਰੱਖਿਅਤ ਰੱਖ ਸਕੀਏ, ਆਪਣੇ ਸਾਹਿਤ ਨੂੰ ਵੀ, ਆਪਣੇ ਇਤਿਹਾਸ ਨੂੰ ਵੀ, ਅਸੀਂ ਆਪਣੀ ਰਾਜਨੀਤੀ ਨੂੰ ਵੀ ਕਰ ਸਕੀਏ। ਇਹੀ ਜੀ ਗੱਲ ਤਾਂ ਕੋਈ ਅਕਾਲੀ ਲੀਡਰਸ਼ਿਪ ਨੇ ਸੈਂਟਰ ਗਵਰਨਮੈਂਟ ਨਾਲ ਕੀਤੀ ਨਹੀਂ। ਜਦੋਂ ਗੱਲ ਕਰਦੀ ਸੀ ਇੰਨੇ ਦਿਨਾਂ ਦੇ ਵਿੱਚ ਸਾਡੀ ਗੱਲ ਮੰਨ ਲਓ, ਨਹੀਂ ਤਾਂ ਅਸੀਂ ਮੋਰਚਾ ਲਾ ਦੇਵਾਂਗੇ, ਇੰਨੇ ਦਿਨ ਵਿੱਚ ਸਾਡੀ ਗੱਲ ਮੰਨ ਲਓ, ਨਹੀਂ ਤਾਂ ਮੈਂ ਮਰਨ ਵਰਤ ਰੱਖਾਂਗਾ। ਮਰਨ ਵਰਤ ਰੱਖੇ ਵੀ ਓਕੇ, ਸੈਂਟਰ ਗਵਰਨਮੈਂਟ ਸਮਝ ਗਈ ਕਿ ਇਹ ਧਮਕੀਆਂ ਦੇਣ ਜੋਗੇ ਨੇ, ਓਕੇ ਜੀ ਧਰਮ ਤੁਸੀਂ ਮਰਨ ਵਰਤ ਰੱਖ ਕੇ ਦੇਖ ਲਓ। ਮੈਨੂੰ ਹਵਨ ਕੁੰਡ ਵੀ ਬਣੇ, ਸਭ ਕੁਝ ਹੋਇਆ। ਅਗਨ ਕੁੰਡ ਵੀ ਬਣੇ। ਕਮਾਲ ਦੀ ਗੱਲ ਹੈ, ਅਕਾਲ ਤਖਤ ਸਾਹਿਬ ਦੇ ਇੱਕ ਪਾਸੇ ਅਗਨ ਕੁੰਡ ਬਣਾਏ ਹੋਏ ਸੀ। ਜੇ ਇੰਨੇ ਦਿਨਾਂ ਦੇ ਵਿੱਚ ਚੰਡੀਗੜ੍ਹ ਨਾ ਮਿਲਿਆ ਤੇ ਉਹ ਇੱਕ ਦੋ ਅਗਨ ਕੁੰਡ ਬਣੇ ਹੋਏ ਸੀ, ਸੰਤ ਫਤਿਹ ਸਿੰਘ ਲਈ ਤੇ ਸੰਤ ਚੰਨਣ ਸਿੰਘ ਲਈ, ਕਿ ਅਸੀਂ ਮਰ ਜਾਾਂਗੇ ਉੱਥੇ, ਅੱਗ ਲਾ ਕੇ ਮਰ ਜਾਾਂਗੇ ਉੱਥੇ। ਕਿਆ ਬਾਤ ਹੈ, ਕਿੱਥੇ ਅਗਨ ਕੁੰਡ ਨੇ ਉਹ ਭਗਾ ਕੇ ਮਾਰੇ ਬਾਹਰ ਕੂੜੇ। ਮੈਂ ਕਈ ਸਾਲਾਂ, ਮੈਂ ਸਾਲ ਡੇਢ ਸਾਲ ਬਾਅਦ ਮੈਂ ਉੱਥੇ ਗਿਆ। ਮੈਂ ਕਿਸੇ ਨੂੰ ਪੁੱਛਿਆ ਕਿ ਭਾਈ ਜਿਹੜੇ ਅਗਨ ਕੁੰਡ ਬਣੇ ਹੋਏ ਸੀ ਉਹ ਹੁਣ ਕਿੱਥੇ ਨੇ, ਮੈਨੂੰ ਦਿਖਾਤਾ ਦਿਓ ਕਿੱਥੇ ਜੇ ਬਣੇ ਹੋਏ ਨੇ ਅਕਾਲ ਤਖਤ ਤੇ। ਉਹਨੇ ਫਿਰ ਮੈਨੂੰ ਮਲਕ ਦੇ ਨੇ ਕਿਹਾ ਉਹ ਅਗਨ ਕੁੰਡ ਜਿੱਥੇ ਸੁੱਟੇ ਹੋਏ ਨੇ ਤੁਸੀਂ ਹੈਰਾਨ ਰਹਿ ਜਾਣਾ ਹੈ। ਉੱਥੋਂ ਪੱਟ ਕੇ ਜਿੱਥੇ ਸੁੱਟੇ ਹੋਏ ਨੇ ਉਹ ਕੂੜੇ ਵਾਲੇ ਢੇਰ ਤੇ ਸੁੱਟੇ ਹੋਏ ਨੇ ਅਗਨ ਕੁੰਡ ਉਹ। ਠੀਕ ਹੈ ਨਾ, ਮਤਲਬ ਇਹੀ ਜੀ ਸਾਡੀ ਲੀਡਰਸ਼ਿਪ ਸੀ ਜੀ। ਪੰਜਾਬੀ ਸੂਬਾ ਬਣੇ ਨੂੰ 54 ਸਾਲ ਹੋ ਗਏ। ਪੰਜਾਬੀ ਸੂਬਾ ਬਣੇ ਨੂੰ ਜੀ 1966 ਚ ਬਣਿਆ ਸੀ। ਕਿੱਥੇ ਹੈ ਇਹਦੀ ਰਾਜਧਾਨੀ? ਦੱਸੋਗਾ ਮੈਨੂੰ? 54 ਸਾਲ ਤੇ ਬੋਲੀ ਫਿਰ ਵੀ ਮਰਦੀ ਜਾ ਰਹੀ ਹੈ। ਹਾਂਜੀ, ਬੋਲੀ ਸਾਡੀ ਫਿਰ ਵੀ ਮਰਦੀ ਜਾ ਰਹੀ ਹੈ। ਬੋਲੀ ਤਾਂ ਅਸੀਂ ਖੁਦ ਹੀ ਨਹੀਂ ਬੋਲ ਰਹੇ। ਬੋਲੀ ਦੇ ਆਧਾਰ ਦੇ ਉੱਪਰ ਅਸੀਂ ਬੋਲੀ ਖੁਦ ਹੀ ਨਹੀਂ ਬੋਲ ਰਹੇ। ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ 'ਚ ਪੜ੍ਹਾ ਰਹੇ ਹਾਂ ਜਿੱਥੇ ਪੰਜਾਬੀ ਨੇੜੇ ਤੇੜੇ ਵੀ ਨਹੀਂ ਹੈਗੀ, ਜਾਂ ਬਾਹਰ ਪੜ੍ਹਾ ਰਹੇ ਹਾਂ। ਇਹ ਸਾਡੀ ਲੀਡਰਸ਼ਿਪ ਹੈ। ਲੀਡਰਸ਼ਿਪ ਲੋਕਾਂ ਨੂੰ ਇਨਸਪਾਇਰ ਕਿਵੇਂ ਕਰੇਗੀ? ਜਿਨ੍ਹਾਂ ਦੇ ਬੱਚੇ ਤਾਂ ਆਪਰੇਸ਼ਨ ਬਲੂ ਸਟਾਰ ਵੇਲੇ ਵੀ ਬਾਹਰ ਸਨ, ਖਾੜਕੂ ਮੂਵਮੈਂਟ ਵੇਲੇ ਵੀ ਬਾਹਰ ਸਨ, ਉਹ ਖੁਦ ਵੀ ਹਰਮੰਦਰ ਸਾਹਿਬ ਤੋਂ ਬਾਹਰ ਸਨ। ਜਿਹੜੀ ਸਾਡੀ ਲੀਡਰਸ਼ਿਪ ਸੀ ਉਹ ਖੁਦ ਵੀ ਹਰਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਕਿਤੇ ਬਾਹਰ ਦੂਰ ਕਿਸੇ ਹੋਰ ਸਟੇਟ ਦੇ ਫਾਰਮ ਹਾਊਸ ਵਿੱਚ ਲੁਕੀ ਬੈਠੀ ਸੀ। ਜਿਹੜੀ ਲੀਡਰਸ਼ਿਪ ਇੱਥੇ ਬੈਠੀ ਸੀ ਅਕਾਲੀ ਲੀਡਰਸ਼ਿਪ, ਉਹ ਡਰ ਰਹੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕੋਲੋਂ। ਉਹ ਹਰ ਰੋਜ਼ ਮਸਾਂ ਕਰਕੇ ਦਿਨ ਕੱਟੀ ਕਰਦੀ ਸੀ ਉੱਥੇ। ਅਲਟੀਮੇਟਲੀ ਉਹ ਵੀ ਉੱਥੋਂ ਛੱਡਿਆ ਸੀ, ਨਿਕਲ ਆਏ ਸੀ ਉਹ ਜੀ। ਸਾਰਾ ਅਕਾਲੀ ਆਫਿਸ ਖਾਲੀ ਹੋ ਗਿਆ ਸੀ ਉੱਥੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ। 84 ਤੋਂ ਪਹਿਲਾਂ 84 ਸਾਰਾ ਸਭ ਕੁਝ ਅਸੀਂ ਬੜਾ ਸਾਡਾ ਆਉਣ ਜਾਣ ਸੀ ਖੁੱਲ੍ਹਾ ਉੱਥੇ।
ਖੁੱਲਾ। ਮਤਲਬ ਅਸੀਂ ਜਦੋਂ ਉਹ ਆਪਣੇ ਦਫ਼ਤਰਾਂ 'ਚ ਰਹਿੰਦੇ ਵੀ ਸਨ ਉਦੋਂ ਵੀ ਜਾਂਦੇ ਸਾਂ। ਸੰਤ ਜਰਨੈਲ ਸਿੰਘ ਜੀ ਨੂੰ ਉਹ ਬੁਲਾਉਂਦੇ ਸਨ, ਅਸੀਂ ਸੰਤ ਜਰਨੈਲ ਸਿੰਘ ਨਾਲ ਸਾਂ। ਅਸੀਂ ਜੋ ਜਾਂਦੇ ਸਾਂ ਪਟਿਆਲੇ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਇਕੱਠੇ ਹੋ ਕੇ ਸਿੱਧਾ ਅਸੀਂ ਸੰਤ ਜਰਨੈਲ ਸਿੰਘ ਦੇ ਕੈਂਪ ਵਿੱਚ ਪਹੁੰਚਦੇ ਸੀ। ਫਿਰ ਕਿਤੇ ਆਇਆ ਹੁੰਦਾ ਬੁਲਾਵਾ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਜੀ ਸ਼ਾਮ ਨੂੰ ਸੰਤ ਹਰਚੰਦ ਸਿੰਘ ਤੇ ਸੰਤ ਭਿੰਡਰਾਂ ਵਾਲਿਆਂ ਦੀ ਮੁਲਾਕਾਤ ਹੋਣੀ ਹੈ, ਉੱਥੇ ਦੁੱਧ ਛਕਣਾ ਉਹਨਾਂ ਨੇ ਛਕਾਉਣਾ ਹੈ, ਨਾਲ ਅਸੀਂ ਵੀ ਚਲੇ ਜਾਂਦੇ। ਸਾਰਾ ਕੁਝ ਅੱਖੀ ਵੇਖਿਆ। ਹਾਂ ਸਾਰਾ ਕੁਝ ਅੱਖੀ ਵੇਖਿਆ ਅਸੀਂ, ਕਿਹੜੀ ਚੀਜ਼ ਨਹੀਂ ਛੱਡੀ। ਅਸੀਂ ਉਹਨਾਂ ਦੇ ਚਿਹਰੇ ਵੀ ਦੇਖੇ ਨੇ, ਡਰੇ ਹੋਏ, ਜਿਹੜੇ ਉਹਨਾਂ ਦੇ ਸਪੋਰਟਰ ਨੇ ਵੱਡੇ ਵੱਡੇ। ਅੱਜ ਕੱਲ੍ਹ ਉਹ ਅੱਡੀਆਂ ਚੁੱਕ ਕੇ ਭਾਸ਼ਣ ਕਰਦੇ ਨੇ, ਉਦੋਂ ਬਹੁਤ ਵੱਡੇ ਸਪੋਰਟਰ ਸਨ ਉਹਨਾਂ ਦੇ। ਤੁਹਾਨੂੰ ਪਤਾ ਅੱਡੀਆਂ ਚੁੱਕ ਕੇ ਕੌਣ ਭਾਸ਼ਣ ਕਰਦਾ ਹੁੰਦਾ ਸਟੇਜ ਤੇ? ਅੱਡੀਆਂ ਚੁੱਕ ਸੱਚੀ ਮੁੱਚੀ ਅੱਡੀਆਂ ਚੁੱਕ ਲੈਂਦੇ ਨੇ, ਠੀਕ ਹੈ ਨਾ। ਉਦੋਂ ਉਹ ਸਭ ਤੋਂ ਵੱਡੇ ਸਪੋਰਟਰ ਸਨ। ਜ਼ਿਕਰ ਕਰਦੇ ਹੋ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਜਿਹਾ ਰਹਿ ਜਾਣਾ ਹੈ ਵੀ ਇਹ ਕਿੰਨਾਂ ਦੀ ਗੱਲ ਕਰਦੇ ਪਏ ਨੇ। ਆਜੂਗਾ ਵਿੱਚ ਆਪਣੇ ਆਪ ਹੀ। ਮਤਲਬ ਉਦੋਂ ਉਹ ਉਹਨਾਂ ਦੇ ਸਭ ਤੋਂ ਵੱਡੇ ਬੁਲਾਰੇ ਸਨ। ਬਾਬਾ ਜਰਨੈਲ ਸਿੰਘ ਜੀ ਦੇ ਅਕਾਲੀਆਂ ਦੇ ਸੰਤ, ਹਾਂ ਅਕਾਲੀ ਲੀਡਰਸ਼ਿਪ ਦੇ, ਅਕਾਲੀ ਲੀਡਰਸ਼ਿਪ ਦੇ ਵਿੱਚ ਟੌੜਾ ਵੀ ਵਿੱਚ ਹੀ ਆ ਗਿਆ, ਸੰਤ ਲੌਂਗੋਵਾਲ ਵੀ ਵਿੱਚ ਹੀ ਆ ਗਿਆ, ਬਾਦਲ ਵੀ ਵਿੱਚ ਹੀ ਆ ਗਿਆ, ਸਭ ਕੁਝ ਵਿੱਚ ਹੀ ਆ ਗਿਆ, ਠੀਕ ਹੈ ਨਾ। ਤੇ ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਦੇ ਚਿਹਰਿਆਂ ਤੋਂ, ਜਿਵੇਂ ਉਹ ਆਪਾਂ ਕਹਿ ਦਿੰਦੇ ਆ ਕਿ ਇਹਦੇ ਚਿਹਰੇ ਤੋਂ ਨੂਰ ਹੈ ਨਹੀਂ, ਜਲਾਲ ਨਹੀਂ ਹੈ, ਅਸੀਂ ਇਹੋ ਜਿਹੇ ਚਿਹਰੇ ਵੀ ਦੇਖੇ ਨੇ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਤੇ। ਕੁਮਲਾਏ ਉਹ ਡਰੂ ਕਿਉਂਕਿ ਉਹ ਸੰਤ ਜਰਨੈਲ ਸਿੰਘ ਤੋਂ ਡਰਦੇ ਸਨ ਕਿ ਕਿਤੇ ਰਾਤ ਬਰਾਤੇ ਕਿਤੇ ਸਾਡੇ ਤੇ ਹੀ ਨਾ ਹਮਲਾ ਹੋ ਜਾਏ। ਲੇਕਿਨ ਸੰਤ ਜਰਨੈਲ ਸਿੰਘ ਇਹੋ ਜਿਹਾ। ਕੀ ਬਾਬਾ ਜਰਨੈਲ ਸਿੰਘ ਨੂੰ ਇਸ ਗੱਲ ਦਾ ਕਨਫਰਮ ਸੀ ਕਿ ਭਾਰਤੀ ਹਕੂਮਤ ਹਮਲਾ ਕਰੇਗੀ? ਦੇਖੋ ਕਨਫਰਮ ਤਾਂ ਕਿਸੇ ਨੂੰ ਵੀ ਨਹੀਂ ਸੀ, ਐਵੇਂ ਮਗਰੋਂ ਕਹਿ ਦਿੱਤਾ ਜਾਵੇ। ਕਿਸੇ ਨੂੰ ਕੋਈ ਇਸ ਗੱਲ ਦਾ ਨਿਸ਼ਚਾ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਨੂੰ ਫੜਨ ਲਈ ਜਾਂ ਖਾੜਕੂਆਂ ਨੂੰ ਫੜਨ ਲਈ ਭਾਰਤ ਸਰਕਾਰ ਇਸ ਹੱਦ ਤੱਕ ਆ ਜਾਏਗੀ। ਇਸ ਹੱਦ ਤੱਕ ਅਸੀਂ ਤਾਂ ਪਹਿਲਾਂ CRP ਤੇ ਵੀ ਯਕੀਨ ਨਹੀਂ ਸੀ ਕਰਦੇ ਹੁੰਦੇ ਕਿ ਇਹ CRP ਬੁਲਾਈ ਵੀ ਕਿਉਂ ਹੈ ਇੱਥੇ, ਕਿਉਂਕਿ CRP ਤੇ ਵੀ ਨਿਸ਼ਚਾ ਨਹੀਂ ਸੀ ਕਿ CRP ਨੂੰ ਬੁਲਾਊਗੀ। ਪਹਿਲਾਂ ਸਭ ਤੋਂ ਵੱਡੀ ਫੋਰਸ ਉਹ ਸੀ CRP, ਫਿਰ ਬਾਰਡਰ ਸਿਕਿਉਰਿਟੀ ਫੋਰਸ ਦੀਆਂ ਪਲਟਨਾਂ ਵੀ ਉੱਥੇ ਆ ਗਈਆਂ ਸੀ, ਠੀਕ ਹੈ ਨਾ। ਪਰ ਇਹ ਕਿਸੇ ਨੂੰ ਨਿਸ਼ਚਾ ਨਹੀਂ ਸੀ ਕਿ ਭਾਰਤੀ ਫੌਜ ਅੰਦਰ ਵੜੂਗੀ ਤੇ ਟੈਂਕ ਵੀ ਆਉਣਗੇ, ਇਹ ਕਿਸੇ ਨੂੰ ਨਿਸ਼ਚਾ ਨਹੀਂ ਸੀ, ਕਿਉਂਕਿ ਅਸੀਂ ਇਸ ਦੇਸ਼ ਦੇ ਨਾਗਰਿਕ ਤੇ, ਅਸੀਂ ਇਸ ਦੇਸ਼ ਲਈ ਲੜਾਈ ਲੜੀ ਸੀ ਜੀ, ਸਹੁੰ ਵੀ ਖਾਧੀਆਂ ਨੇ, ਮਤਲਬ ਸੰਵਿਧਾਨ ਦੀਆਂ, ਠੀਕ ਹੈ। ਜਿਸ ਦੇਸ਼ ਦੇ ਤੁਸੀਂ ਨਾਗਰਿਕ ਹੋ, ਜਿੱਥੇ ਤੁਸੀਂ ਸਰਵਾਈਵ ਕਰਨਾ ਹੈ, ਉਹਦਾ ਵਫਾਦਾਰ ਵੀ ਹੋਣਾ ਚਾਹੀਦਾ। ਸਾਨੂੰ ਇਸ ਕਰਕੇ ਸਾਨੂੰ ਨਿਸ਼ਚਾ ਸੀ ਕਿ ਇੰਡੀਅਨ ਗੌਰਮੈਂਟ ਕੋਈ ਵੀ ਇੰਨੀ ਮੂਰਖ ਗੌਰਮੈਂਟ ਨਹੀਂ ਹੋਏਗੀ ਕਿ ਸਿੱਖਾਂ ਦੇ ਐਡੇ ਵੱਡੇ ਧਾਰਮਿਕ ਸਥਾਨ ਤੇ ਫੌਜ ਭੇਜੇਗੀ ਤੇ ਫੌਜ ਅੰਦਰ ਵਾੜੇਗੀ। ਆਹ ਤਾਂ ਗੱਲ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੋਪਾਂ ਨਾਲ ਅਕਾਲ ਤਖਤ ਨੂੰ ਢਾਹ ਦਿੱਤਾ ਜਾਵੇਗਾ, ਕਿਸੇ ਨੂੰ ਪਤਾ ਹੀ ਨਹੀਂ ਸੀ ਇਹ। ਮੈਂ ਕਹਿੰਦਾ ਇਉਂ ਢਾਹ ਦਿੱਤਾ ਅਕਾਲ ਤਖਤ, ਇਉਂ ਤੋਪਾਂ ਚਲਾਈਆਂ ਪ੍ਰਕਰਮਾਂ ਦੇ ਵਿੱਚੋਂ, ਸਿੱਧਾ ਅਕਾਲ ਤਖਤ ਨੂੰ ਸਿੱਧਾ ਨਿਸ਼ਾਨਾ ਨਹੀਂ ਸੀ ਵੱਜ ਸਕਦਾ। ਜਦੋਂ ਤੇ ਸਮੁੰਦਰੀ, ਜਦੋਂ ਆਪਣਾ ਸਰਾਵਾਂ ਵਾਲੇ ਪਾਸਿਓਂ ਕੋਈ ਟੈਂਕ ਅੰਦਰ ਵੜਦਾ ਹੈ ਪ੍ਰਕਰਮਾਂ ਦੇ ਵਿੱਚ, ਜਦੋਂ ਪ੍ਰਕਰਮਾਂ ਦੇ ਐਂਟਰ ਕਰਦਾ ਵਿੱਚ, ਉਹ ਸੇਧ ਜਿਹੜੀ ਹੈਗੀ ਆ ਉੱਥੋਂ ਤੋਪ ਦੀ, ਟੈਂਕ ਦੇ ਤੋਪ ਦੀ, ਉਹਦੇ ਵਿਚਾਲੇ ਡਿਊਟੀ ਆ ਜਾਂਦੀ ਹੈ, ਦਰਸ਼ਨੀ ਡਿਊਟੀ। ਉਹਦੇ ਵਿਚਕਾਰ ਦਰਸ਼ਨੀ ਡਿਊਟੀ ਦਾ ਇੱਕ ਕੋਨਾ ਆਉਂਦਾ ਹੈ, ਉਹ ਕੋਨਾ ਵੀ ਉਡਾਤਾ ਵੀ ਸਿੱਧਾ ਨਿਸ਼ਾਨਾ ਅਕਾਲ ਤਖਤ ਤੇ ਵੱਜੇ। ਜਦੋਂ ਰਾਤ ਨੂੰ ਇਹ ਖਬਰਾਂ ਆਉਂਦੀਆਂ ਸੀਆਂ ਕਿ ਅਕਾਲ ਤਖਤ ਦਾ ਕੁਝ ਹਿੱਸਾ ਢਹਿ ਢੇਰੀ ਹੋ ਗਿਆ, ਸਾਨੂੰ ਯਕੀਨ ਨਹੀਂ ਸੀ ਆ ਰਿਹਾ। ਜਦੋਂ ਅਸੀਂ ਘਰੇ ਦੇਖੋ ਦਰਬਾਰ ਸਾਹਿਬ ਨੂੰ ਵੀ ਗੋਲੀਆਂ ਲੱਗੀਆਂ ਨੇ, ਪਰ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ, ਇਹ ਵਾਕਈ ਤੁਹਾਡੀ ਗੱਲ ਜਿਹੜੀ ਸ਼ੁਰੂਆਤ ਵਿੱਚ ਤੁਸੀਂ ਕੀਤੀ ਹੈ, ਬਿਲਕੁਲ ਕਿਤੇ ਨਾ ਕਿਤੇ ਫਿੱਟ ਬੈਠਦੀ ਪਈ ਹੈ। ਬਿਲਕੁਲ ਜੀ ਬਿਲਕੁਲ, ਕਿਉਂਕਿ ਉਹਨੇ ਸਿੱਖ ਕੌਮ ਦੀ ਅਣਖ ਤੋੜਨੀ ਸੀ। ਮਸਲਾ ਹੀ ਕੁਛ ਨਹੀਂ ਸੀ ਇਹ ਵੀ ਕਿਹੜੇ ਤਖਤ ਦੀਆਂ ਗੱਲਾਂ ਕਰਦੇ ਹੋ। ਦਿੱਲੀ ਦੇ ਤਖਤ ਵਜੋਂ ਤੁਹਾਡਾ ਅਕਾਲ ਤਖਤ ਜਿਹੜਾ ਖਤਮ ਕੀਤਾ ਜਾ ਰਿਹਾ। ਬਿਲਕੁਲ, ਕਿਉਂਕਿ ਤਖਤ ਸਾਡੀ ਅਣਖ ਦਾ ਪ੍ਰਤੀਕ ਹੈ। ਸਾਨੂੰ ਨਹੀਂ ਪਤਾ, ਸਾਡੇ ਦੁਸ਼ਮਣਾਂ ਨੂੰ ਪਤਾ ਇਹਦਾ। ਹਾਂ, ਸਿੱਖ ਇੰਨੀ ਭੋਲੀ ਭਾਲੀ ਕੌਮ ਹੈ ਔਰ ਉਹਦੀ ਲੀਡਰਸ਼ਿਪ ਮੂਰਖ ਹੈ ਜਿਹੜੀ ਐਜੂਕੇਟ ਨਹੀਂ ਕਰ ਸਕੀ। ਹੁਣ ਤਾਂ ਐਜੂਕੇਟ ਕੀ ਕਰਨਾ, ਪਹਿਲਾਂ ਨਹੀਂ ਐਜੂਕੇਟ ਕੀਤਾ ਸੀ, ਹੁਣ ਤਾਂ ਉਹ ਲੁੱਟ ਰਹੀ ਹੈ। ਸਗੋਂ ਸਾਡੀ ਲੀਡਰਸ਼ਿਪ ਅਕਾਲ ਤਖਤ ਨੂੰ ਵੀ ਲੁੱਟ ਰਹੀ ਹੈ। ਅਕਾਲ ਤਖਤ ਬਕਾਇਦਾ 84 ਦੇ ਨਾਮ ਦੇ ਉੱਪਰ ਸਰਕਾਰਾਂ ਵੀ ਬਣਾ ਲੀਆਂ, ਸਰਕਾਰਾਂ ਸਭ ਕੁਝ ਕਰ ਲਿਆ। ਮਤਲਬ 36 ਸਾਲ ਹੋ ਗਏ ਆਪਰੇਸ਼ਨ ਬਲੂ ਸਟਾਰ ਹੋਏ ਨੂੰ। ਜਿੰਨੀਆਂ 5 ਸਾਲਾਂ ਬਾਅਦ ਚੋਣਾਂ ਹੁੰਦੀਆਂ ਨੇ, ਹਰ ਚੋਣ ਵੇਲੇ ਇਹ ਇਸ਼ੂ ਬਣਾਇਆ ਜਾਂਦਾ ਅਕਾਲੀ ਲੀਡਰਸ਼ਿਪ ਵੱਲੋਂ। ਕਾਂਗਰਸ ਨੇ ਸਾਡੇ ਨਾਲ ਧੱਕਾ ਕੀਤਾ, ਸਾਡੇ ਨਾਲ ਬੇਇਨਸਾਫੀ ਕੀਤੀ, ਚੰਡੀਗੜ੍ਹ ਨਹੀਂ ਸਾਨੂੰ ਦਿੱਤਾ, ਪਾਣੀ ਨਹੀਂ ਸਾਨੂੰ ਦਿੱਤੇ, ਤੇ ਇਸ ਕਰਕੇ ਉਹਨੂੰ ਵੋਟ ਨਾ ਪਾਇਓ।
ਕਮਾਲ ਦੀ ਗੱਲ ਹੈ। ਚੋਣਾਂ ਤੋਂ ਬਾਅਦ ਜਿੱਤ ਕੇ ਸਭ ਕੁਝ ਭੁੱਲ ਜਾਂਦੇ ਸੀ ਵੀ ਭਲੇ ਮਾਨਸੋ ਕਾਂਗਰਸ ਨੂੰ ਤਾਂ ਮੰਨ ਲਿਆ ਸਾਡੀ ਦੁਸ਼ਮਣ ਹੈ, ਅਸੀਂ ਮੰਨ ਕੇ ਚੱਲਦੇ ਹਾਂ ਜੀ। ਮੈਂ ਮੰਨ ਕੇ ਚੱਲਦਾ ਇਹ ਕਾਂਗਰਸ ਦੁਸ਼ਮਣ ਹੈ ਸਿੱਖਾਂ ਦੀ। ਦੁਸ਼ਮਣ ਕੋਲੋਂ ਤੁਹਾਨੂੰ ਆਸ ਨਹੀਂ ਕਰਨੀ ਚਾਹੀਦੀ ਕਿ ਸਾਡੇ ਨਾਲ ਇਨਸਾਫ ਕਰੇਗਾ। ਜਿਹਨੂੰ ਤੁਸੀਂ ਦੁਸ਼ਮਣ ਮੰਨ ਲਿਆ, ਜੇ ਤੁਸੀਂ ਉਹਦੇ ਕੋਲੋਂ ਇਨਸਾਫ ਦੀ ਮੰਗ ਕਰਦੇ ਹੋ, ਉਮੀਦ ਕਰਦੇ ਹੋ, ਤਾਂ ਤੁਸੀਂ ਮੂਰਖ ਹੋ। ਫਿਰ ਕਿਹਦੇ ਕੋਲ ਕਰਾਂਗੇ? ਆਪਣੀ ਤਾਕਤ ਤੋਂ, ਆਪਣੀ ਤਾਕਤ ਕੋਲੋਂ ਇਨਸਾਫ ਲਓਗੇ ਤੁਸੀਂ, ਆਪਣੇ ਗੁਰੂ ਕੋਲੋਂ। ਹਾਂਜੀ, ਫੋਰ ਐਗਜ਼ਾਮਪਲ ਮੈਂ ਕਹਿਣਾ ਜੇ ਕਾਂਗਰਸ ਸੈਂਟਰ ਗਵਰਨਮੈਂਟ ਨੇ ਪਾਣੀਆਂ ਦੀ ਵੰਡ ਦਾ ਫੈਸਲਾ ਕਰਤਾ, ਸਾਨੂੰ ਅਸੀਂ ਕਹਿੰਦੇ ਆ ਬੇਇਨਸਾਫੀ ਕੀਤੀ, ਫਿਰ ਤੁਸੀਂ ਮੰਨਿਆ ਕਿਉਂ? ਮੰਨਿਆ ਕਿਉਂ ਫਿਰ? ਪਰ ਉਹ ਕੁਝ ਲੀਡਰਾਂ ਨੇ ਮੰਨਿਆ ਨਾ, ਥੋਪੀ ਤਾਂ ਸਾਰੀ ਕੌਮ ਤੇ ਗਈ। ਲੀਡਰਸ਼ਿਪ ਕੌਮ ਦੀ ਹੀ ਹੁੰਦੀ ਆ ਨਾ। ਹੁਣ ਮੰਨ ਲਓ ਹਾਂ। ਬਾਦਲ ਆ ਗਿਆ ਜਾਂ ਕੈਪਟਨ ਆ ਗਿਆ, ਤੁਸੀਂ ਸ਼ਬਦ ਵਰਤਿਆ ਵੀ ਲੀਡਰਸ਼ਿਪ ਕੌਮ ਦੀ ਹੁੰਦੀ ਹੈ। ਹਾਂ ਬਿਲਕੁਲ ਠੀਕ ਹੈ, ਸਿਰ ਤੇ ਦਸਤਾਰਾਂ ਵੀ ਨੇ, ਪਰ ਕਿੰਨੀ ਕੁ ਕੌਮ ਦੀ ਗੱਲ ਅੱਗੇ ਹੋ ਕੇ ਹੋਈ ਹੈ? ਦੇਖੋ ਅਕਾਲੀ ਜਿੰਨੇ ਪਾਣੀਆਂ ਦੇ ਸਮਝੌਤੇ ਮੰਨੇ ਨੇ, ਹੁਣ ਜੁਲਾਈ 1985 ਵਾਲਾ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਸੀ, ਉਹ ਕੈਪਟਨ ਨੇ ਮੰਨਿਆ ਸੀ, ਅਕਾਲੀ ਲੀਡਰਸ਼ਿਪ ਨੇ ਹੀ ਮੰਨਿਆ ਸੀ। ਠੀਕ ਹੈ ਨਾ, ਪਤਾ ਹੈ ਨਾ ਰਾਜੀਵ ਲੌਂਗੋਵਾਲ ਸਮਝੌਤਾ। ਉਸ ਸਮਝੌਤੇ ਵਿੱਚ ਕੀ ਸੀ? 26 ਜਨਵਰੀ 1986 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏਗਾ। ਉਸ ਸਮਝੌਤੇ ਦੇ ਅਨੁਸਾਰ 26 ਜਨਵਰੀ 1986 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏਗਾ। ਪੰਜਾਬ ਜਿੰਨਾ ਪਾਣੀ 1 ਜੁਲਾਈ 1985 ਤੱਕ ਵਰਤ ਰਿਹਾ ਹੈ, ਉਹ ਉਹਨਾਂ ਵਰਤਦਾ ਰਹੇਗਾ। ਬਾਕੀ ਪਾਣੀ ਵੰਡ ਦਿੱਤਾ ਜਾਵੇਗਾ ਹਰਿਆਣੇ ਤੇ ਰਾਜਸਥਾਨ 'ਚ। ਬਾਕੀ ਪਾਣੀ ਉਥੇ ਰਾਜਸਥਾਨ ਨੂੰ ਪਹਿਲਾਂ ਵੀ ਜਾ ਰਿਹਾ ਸੀ, ਪਹਿਲਾਂ ਵੀ ਜਾ ਰਿਹਾ, ਫਿਰ ਜਿਹੜਾ ਬਾਕੀ ਹੋਰ ਪਾਣੀ ਉਹ ਵੀ ਵੰਡ ਦਿੱਤਾ ਜਾਊਗਾ। ਠੀਕ ਹੈ ਨਾ। ਹੁਣ ਕਦੇ ਅਕਾਲੀ ਲੀਡਰਸ਼ਿਪ ਨੇ ਇਹ ਦੱਸਿਆ ਕਿ 1 ਜੁਲਾਈ 1985 ਤੱਕ ਉਹ ਕਿੰਨਾ ਕੁ ਪਾਣੀ ਵਰਤ ਰਿਹਾ ਸੀ। ਜਿਹੜੀ SYL ਨਹਿਰ ਕੱਢੀ ਜਾ ਰਹੀ ਹੈ, ਕੀ ਇਹ 1 ਜੁਲਾਈ 1985 ਵਾਲੇ ਪਾਣੀ ਚੋਂ ਕੱਢ ਕੇ ਪਾਣੀ ਤੁਸੀਂ ਦੇਣਾ? ਉਹ ਕਿੱਥੋਂ ਦੇਵੋਗੇ ਪਾਣੀ? ਉਹ 35 ਲੱਖ ਏਕੜ ਫੁੱਟ ਪਾਣੀ SYL ਰਾਹੀਂ ਹਰਿਆਣੇ ਨੂੰ ਜਾਣਾ ਹੈ। ਕਿੱਥੋਂ ਜਾਏਗਾ ਪਾਣੀ? ਉਹ ਇਹਦਾ ਇਹ ਵੀ ਨਹੀਂ ਅੰਕੜਾ ਦੱਸ ਸਕੀ ਕਿ 1 ਜੁਲਾਈ 1985 ਤੱਕ ਅਸੀਂ ਪਾਣੀ ਕਿੰਨਾ ਵਰਤ ਰਹੇ ਹਾਂ। ਕਿਸੇ ਨੂੰ ਕੀ ਪਤਾ ਹੈ ਜੀ? ਸਾਨੂੰ ਆਮ ਲੋਕਾਂ ਨੂੰ ਕੀ ਪਤਾ ਹੈ? ਅਕਾਲੀ ਲੀਡਰਸ਼ਿਪ ਨੂੰ ਖੁਦ ਨੂੰ ਨਹੀਂ ਪਤਾ ਕਿੰਨਾ ਪਾਣੀ ਵਰਤ ਰਹੀ ਹੈ, ਕਿੰਨਾ ਕੁ ਨਹੀਂ ਵਰਤ ਰਹੀ। ਉਹ ਪਾਣੀਆਂ ਦਾ ਕੰਟਰੋਲ ਸਾਡੇ ਕੋਲੇ ਨਹੀਂ ਹੈ। ਇਹ ਵੀ ਅਸੀਂ ਮੰਨਿਆ ਹੋਇਆ। ਪੰਜਾਬੀ ਸੂਬਾ ਮੰਨ ਲਿਆ, ਇਹਦਾ ਮਤਲਬ ਸਾਰੀਆਂ ਧਾਰਾਵਾਂ ਮੰਨ ਲਈਆਂ ਸੀ। ਪੰਜਾਬੀ ਸੂਬਾ ਜਦੋਂ ਬਣਿਆ, ਚੰਡੀਗੜ੍ਹ ਵੀ ਖੋਲਿਆ, ਉਹ ਵੀ ਮੰਨ ਲਿਆ ਸੀ ਜੀ, ਕਿਉਂਕਿ ਜਦੋਂ ਸਟੇਟ ਐਕਸੈਪਟ ਕਰ ਲਈ ਅਸੀਂ, ਇਹਦਾ ਮਤਲਬ ਚੰਡੀਗੜ੍ਹ ਖੋਲਿਆ ਸੀ, ਮੰਨ ਲਿਆ। ਪਾਣੀਆਂ ਦੇ ਜਿਹੜੇ ਕੰਟਰੋਲ ਨੇ ਹੈੱਡ ਵਰਕਸ ਦੇ, ਉਹ ਵੀ ਖੋਲੇ, ਉਹ ਵੀ ਅਸੀਂ ਮੰਨ ਲਏ ਕਿਉਂਕਿ ਸਟੇਟ ਮੰਨ ਲਈ ਹੈ ਅਸੀਂ ਜੀ। ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ, ਉਹ ਵੀ ਅਸੀਂ ਮੰਨ ਲਏ, ਓਕੇ ਬਾਹਰ ਰਹਿ ਗਏ। ਤੁਸੀਂ ਕਿਉਂ ਮੰਨਿਆ? ਤੁਸੀਂ ਕਿਉਂ ਨਹੀਂ ਰਿਜੈਕਟ ਕੀਤਾ? ਅਸੀਂ ਨਹੀਂ ਮੰਨਦੇ। ਸਾਨੂੰ ਜਿਵੇਂ ਅਸੀਂ ਮੈਮੋਰੈਂਡਮ ਦਿੱਤਾ ਉਸ ਤਰੀਕੇ ਅਨੁਸਾਰ ਸਟੇਟ ਲੈਂਗੁਏਜ ਦੇ ਆਧਾਰ ਤੇ ਸਟੇਟ ਦਿਓ। ਅਸੀਂ ਰਾਜਧਾਨੀ ਲੈਣੀ ਹੈ, ਅਸੀਂ ਰਾਜਧਾਨੀ ਤੋਂ ਬਗੈਰ ਨਹੀਂ ਲੈਣਾ। ਗੱਲ ਨਾਲ ਸਹਿਮਤ ਹਾਂ। ਲੀਡਰਸ਼ਿਪ ਦੇ ਫੈਸਲੇ ਸੀ, ਭੁਗਤਣੇ ਤਾਂ ਕੌਮਾਂ ਨੂੰ ਪੈ ਗਏ। ਨਹੀਂ, ਕੌਮ ਹੀ ਭੁਗਤਦੀ ਹੁੰਦੀ ਹੈ ਫਿਰ। ਜੇ ਲੀਡਰਸ਼ਿਪ ਨੇ ਗਲਤੀ ਕੀਤੀ ਹੈ। ਅੱਜ ਅਜੋਕੇ ਸਮੇਂ ਦੀ ਆਪਾਂ ਗੱਲ ਕਰੀਏ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਕੀ ਕੈਪਟਨ ਦੇ ਫੈਸਲੇ ਨੂੰ ਅਸੀਂ ਕੌਮ ਦਾ ਫੈਸਲਾ ਕਹਿ ਸਕਦੇ ਹਾਂ? ਜੇ ਕੈਪਟਨ ਅੱਜ ਕੋਈ ਵੀ ਬਿਆਨ ਦਿੰਦਾ ਹੈ ਤੇ ਉਹਨੂੰ ਕੌਮੀ ਫੈਸਲਾ ਨਹੀਂ ਕਿਹਾ ਜਾ ਸਕਦਾ। ਕੈਪਟਨ ਦਾ ਨਿੱਜੀ ਫੈਸਲਾ ਹੋ ਸਕਦਾ, ਪਰ ਉਸ ਫੈਸਲੇ ਦਾ ਖਮਿਆਜ਼ਾ ਕੌਮ ਨੂੰ ਭੁਗਤਣਾ ਪੈ ਸਕਦਾ। ਇੱਕ ਹੈ ਮੁੱਖ ਮੰਤਰੀ, ਇੱਕ ਹੈ ਕੌਮ ਦੀ ਲੀਡਰਸ਼ਿਪ ਜੀ। ਮੁੱਖ ਮੰਤਰੀ ਤਾਂ ਕੋਈ ਵੀ ਹੋ ਸਕਦਾ ਹੈ ਸਟੇਟ ਦਾ। ਅਗਰ ਉਹ ਸਮਝੌਤਾ ਕਰੇਗਾ, ਉਹ ਸਾਡੇ ਕੌਮੀ ਮਸਲਿਆਂ ਦਾ ਸਮਝੌਤਾ ਨਹੀਂ ਕਰ ਸਕੇਗਾ ਕੋਈ ਵੀ ਮੁੱਖ ਮੰਤਰੀ। ਕੀ ਬਾਦਲ ਦੇ ਤੁਹਾਡੇ ਕੌਮੀ ਮਸਲਿਆਂ ਦੇ ਸਮਝੌਤੇ ਨਹੀਂ ਕੀਤੇ ਨੇ? ਆਹੀ ਤਾਂ ਗਲਤੀਆਂ ਕੀਤੀਆਂ ਨੇ ਉਹਨਾਂ ਨੇ, ਇਹੀ ਤਾਂ ਗਲਤੀਆਂ ਕੀਤੀਆਂ ਨੇ ਸਾਡੀ ਲੀਡਰਸ਼ਿਪ ਨੇ। ਸਾਡੀ ਲੀਡਰਸ਼ਿਪ ਨੂੰ ਫਿਰ ਅਸੀਂ ਗਲਤ ਕਿਉਂ ਕਹਿੰਦੇ ਆ, ਕਮਜ਼ੋਰ ਵਿਕੀ ਹੋਈ ਕਿਉਂ ਕਹਿੰਦੇ ਆ? ਕਿਉਂਕਿ ਸਾਡੀ ਲੀਡਰਸ਼ਿਪ ਨੇ ਇਹੋ ਜਿਹੇ ਸਮਝੌਤੇ ਕੀਤੇ ਨੇ ਜਿਹਦੇ ਨਾਲ ਉਹਨਾਂ ਨੇ ਪੰਥਕ ਹਿੱਤਾਂ ਨੂੰ ਢਾਹ ਲਾਈ ਹੈ, ਪੰਥਕ ਹਿੱਤਾਂ ਨੂੰ ਅੱਗੇ ਨਹੀਂ ਉਭਾਰਿਆ। ਪੰਜਾਬ ਸਿੱਖ ਗੁਰਦੁਆਰਾ ਐਕਟ ਬਣਾਇਆ ਸੀ 1925 ਵਿੱਚ।
ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਤਾਂ ਅੰਗਰੇਜ਼ਾਂ ਦਾ ਐਕਟ ਬਣਾਇਆ ਹੋਇਆ ਸੀ। ਜਦੋਂ 1947 ਤੋਂ ਬਾਅਦ ਭਾਰਤ ਪਾਕ ਅੱਡ ਹੋ ਗਏ, ਅਸੀਂ ਅੱਧੀ ਤੋਂ ਵੱਧ ਸ਼੍ਰੋਮਣੀ ਕਮੇਟੀ ਉਧਰ ਛੱਡਿਆ ਆ। ਇੱਧਰ ਆ ਕੇ ਸਾਨੂੰ ਆਲ ਇੰਡੀਆ ਗੁਰਦੁਆਰਾ ਐਕਟ ਬਣਵਾਉਣਾ ਚਾਹੀਦਾ ਸੀ ਕਿ ਜਿਵੇਂ ਪੰਜਾਬ ਦੇ ਗੁਰਦੁਆਰਿਆਂ ਨੂੰ ਇੱਕ ਐਕਟ ਦੇ ਹੇਠ ਪਰੋਇਆ, ਇਸੇ ਤਰੀਕੇ ਨਾਲ ਹੁਣ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਨੂੰ ਇੱਕੋ ਐਕਟ 'ਚ ਪਰੋ ਕੇ ਸ਼੍ਰੋਮਣੀ ਕਮੇਟੀ ਬਣਾ ਦਿੱਤੀ ਜਾਵੇ। ਪਹਿਲਾਂ ਮੰਗ ਵੀ ਕਰਦੇ ਹੁੰਦੇ ਸੀ। ਅਕਾਲੀ ਦਲ ਦੀ ਸਭ ਤੋਂ ਮੇਜਰ ਮੰਗ ਹੁੰਦੀ ਸੀ ਪਹਿਲਾਂ ਇਹ ਮੇਰੇ ਖਿਆਲ 'ਚ ਅਨੰਦਪੁਰ ਦੇ ਮਤੇ ਵਿੱਚ ਵੀ ਜ਼ਿਕਰ ਮਿਲਦਾ। ਅਨੰਦਪੁਰ ਦੇ ਮਤੇ 'ਚ ਤਾਂ ਜ਼ਿਕਰ ਮਿਲੇਗਾ। ਉਦੋਂ ਬਾਅਦ ਤੱਕ ਵੀ ਇਹ ਮੰਗ ਕਰਦੇ ਆ ਰਹੇ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ ਹੈ। ਲੇਕਿਨ ਹੁਣ ਗੁਰਦੁਆਰਾ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਿੱਥੇ ਹੈ? ਕਦੀ ਜ਼ੁਬਾਨ ਤੇ ਨਹੀਂ ਆਇਆ ਕਿਸੇ ਦੇ ਵੀ। ਕਿਉਂ ਨਹੀਂ ਆਇਆ? ਕਿਉਂਕਿ ਇਹ ਜਿਹੜੀ ਲੀਡਰਸ਼ਿਪ ਹੈ ਸਿੱਖਾਂ ਦੀ ਅਕਾਲੀ ਦਲ ਦੇ ਰੂਪ ਦੇ ਵਿੱਚ, ਇਹਨੂੰ ਪਤਾ ਲੱਗ ਗਿਆ ਕਿ ਗੋਲਕ ਦਾ ਪੈਸਾ ਤਾਂ ਆਹੀ ਵਾਧੂ ਹੈ ਜਿਹੜਾ ਪੰਜਾਬ ਦੇ ਵਿੱਚੋਂ ਤੇ ਹਰਿਆਣੇ 'ਚੋਂ ਆ ਰਿਹਾ ਹੈ। ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਓਗੇ, ਜਿੰਨੇ ਮੈਂਬਰ ਬਾਹਰੋਂ ਚੁਣ ਕੇ ਆਉਣਗੇ, ਸਾਡੀ ਤਾਕਤ ਗੁਰਦੁਆਰਾ ਕਮੇਟੀ ਦੇ ਵਿੱਚ ਘਟਣੀ ਹੀ ਘਟਣੀ ਹੈ। ਇਹ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਇਹਦੇ ਵਿੱਚ ਭਾਈਵਾਲ ਬਣਾ ਲਈਏ, ਕਿਉਂਕਿ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਭਾਈਵਾਲ ਬਣਾਉਣ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਵਰਤਮਾਨ ਜਿਹੜੀ ਅਕਾਲੀ ਲੀਡਰਸ਼ਿਪ ਹੈ ਇਹਦੀ ਤਾਕਤ ਘਟੇਗੀ ਹੀ ਘਟੇਗੀ ਜੀ। ਇਸ ਕਰਕੇ ਇਹ ਆਪਣੇ ਪਰਸਨਲ ਇੰਟਰਸਟ ਵਾਸਤੇ ਦੇਖਦੀ ਹੈ, ਪੰਥਕ ਹਿੱਤਾਂ ਲਈ ਤਾਂ ਦੇਖਦੀ ਨਹੀਂ। ਪੰਥਕ ਹਿੱਤ ਕਹਿੰਦੇ ਨੇ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ। ਇੱਕ ਮਿੰਟ ਤੁਹਾਡੀ ਗੱਲ ਬੋਲਣ ਤੋਂ ਪਹਿਲਾਂ ਆਲ ਇੰਡੀਆ, ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸ ਦਿਆਂ। ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਨਾਲ ਸਿੱਖਾਂ ਨੂੰ ਕਾਫੀ ਹੱਦ ਤੱਕ ਸਿੱਖ ਇੱਕ ਵੱਖਰੀ ਕੌਮ ਹੈ ਉਹਦੇ ਤੌਰ ਤੇ ਮਾਨਤਾ ਇਨਡਾਇਰੈਕਟ ਵੇ ਨਾਲ ਮਿਲ ਜਾਵੇਗੀ। ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਜਾਵੇ, ਆਲ ਇੰਡੀਆ ਗੁਰਦੁਆਰਾ ਐਕਟ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਗੇਨਾਈਜੇਸ਼ਨ ਬਣ ਜਾਵੇ ਜੀ। ਜਿਹੜਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਉਹ ਨੈਸ਼ਨਲ ਪੱਧਰ ਦੀ ਸਿੱਖ ਪਰਸਨੈਲਿਟੀ ਹੋਏਗਾ। ਨੈਸ਼ਨਲ ਪੱਧਰ ਦਾ ਸਿੱਖ ਵੋਟਰ ਇੱਕ ਸਿੱਖ ਵੋਟਰ ਹੋਣ ਦੇ ਨਾਤੇ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੇਗਾ। ਸੰਵਿਧਾਨ ਦੇ ਰਾਹੀਂ ਉਹਦੀ ਮਾਨਤਾ ਪ੍ਰਾਪਤ ਹੋਵੇਗੀ। ਇਹਦਾ ਮਤਲਬ ਸਿੱਖ ਕੌਮ ਆਟੋਮੈਟਿਕਲੀ ਜੀ ਇੱਕ ਵੱਖਰੀ ਕੌਮ ਦੇ ਤੌਰ ਤੇ ਮਾਨਤਾ ਉਹ ਪ੍ਰਾਪਤ ਕਰ ਸਕਦੀ ਹੈ, ਉਹਨੂੰ ਹੋ ਸਕਦੀ ਹੈ। ਇੱਕ ਪਾਸੇ ਜਿੰਨਾ ਐਸਜੀਪੀਸੀ ਤੇ ਪੰਜਾਬ ਵਾਲਿਆਂ ਦਾ ਅਧਿਕਾਰ ਹੋਏਗਾ ਉਨਾ ਹੀ ਅਸਾਮ ਵਾਲਿਆਂ ਦਾ ਵੀ ਹੋਏਗਾ, ਸਾਰਿਆਂ ਦਾ ਬਰਾਬਰ ਦਾ ਅਧਿਕਾਰ ਹੋਏਗਾ। ਜੀ ਠੀਕ ਹੈ ਨਾ। ਇਹਦੇ ਨਾਲ ਅਸੀਂ ਇੱਕ ਨੈਸ਼ਨਲ ਪੱਧਰ ਤੇ ਇੱਕ ਕੌਮ ਬਣ ਜਾਵਾਂਗੇ, ਸਿੱਖ ਕੌਮ। ਸਾਡੀ ਇੱਕ ਵੱਖਰੀ ਆਪਣੇ ਆਪ ਹੀ ਸਾਡੀ। ਬਾਬਾ ਜਰਨੈਲ ਸਿੰਘ ਨੇ ਬਕਾਇਦਾ ਹੀ ਹਰ ਵਾਰ ਆਨੰਦਪੁਰ ਦੇ ਮਤੇ ਦਾ ਸਮਰਥਨ ਕੀਤਾ। ਸਾਰੇ ਕਰਦੇ ਨੇ, ਅਸੀਂ ਸਾਰੇ ਕਰਦੇ ਹਾਂ। ਜਿਸ ਮਤੇ ਨਾਲ ਪੰਜਾਬ ਨੂੰ ਹੋਰ ਅਧਿਕਾਰ ਮਿਲਦੇ ਨੇ, ਜਿਸ ਮਤੇ ਨਾਲ ਸਿੱਖ ਕੌਮ ਨੂੰ ਹੋਰ ਅਧਿਕਾਰ ਮਿਲਦੇ ਨੇ, ਅਸੀਂ ਉਸ ਹਰ ਮਤੇ ਦੀ ਮਦਦ ਕਰਦੇ ਹਾਂ। ਗੱਲ ਤਾਂ ਇਹ ਹੈ ਕਿ ਜਿਹੜੀ ਇਸ ਸਮੇਂ ਕਾਬਜ ਸਿੱਖ ਲੀਡਰਸ਼ਿਪ ਹੈ ਉਹ ਇਹਨਾਂ ਗੱਲਾਂ ਨੂੰ ਚਾਹੁੰਦੀ ਨਹੀਂ। ਜੇ ਆਪਾਂ 84 ਦੀ ਗੱਲ ਕਰੀਏ, ਜਿਵੇਂ ਆਪਣਾ ਸਵਾਲ ਇਹ ਸੀ ਕਿ 84 ਵਾਪਰਿਆ ਹੀ ਕਿਉਂ? ਟਾਲਿਆ ਜਾ ਸਕਦਾ ਸੀ ਜੇ ਸੁਹਿਰਦ ਲੀਡਰਸ਼ਿਪ ਹੁੰਦੀ। ਵਾਪਰਿਆ ਹੀ ਕਿਉਂ? ਪਹਿਲਾਂ ਇੱਥੇ ਜੀ ਟਾਲਣ ਦੀ ਗੱਲ ਪਿੱਛੋਂ, ਟਾਲਣ ਦੀ ਗੱਲ ਤਾਂ ਹੋ ਚੁੱਕੀ ਹੈ। ਵਾਪਰਿਆ ਕਿਉਂ? ਕਿਉਂਕਿ ਅਕਾਲੀ ਲੀਡਰਸ਼ਿਪ ਨੇ ਸਿੱਖ ਅਰਦਾਸਾਂ ਦਾ ਐਸਾ ਮਖੌਲ ਉਡਾ ਦਿੱਤਾ ਸੀ। ਸਿੱਖ ਅਰਦਾਸਾਂ ਦਾ ਕਿੰਨੇ ਮੋਰਚੇ ਲੱਗੇ, ਚੰਡੀਗੜ੍ਹ ਦੀ ਪ੍ਰਾਪਤੀ ਲਈ, ਪਾਣੀਆਂ ਦੀ ਪ੍ਰਾਪਤੀ ਲਈ ਵੀ, ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਵੀ ਕਿੰਨੇ ਮੋਰਚੇ ਲੱਗੇ। ਸੰਤ ਫਤਿਹ ਸਿੰਘ ਹਰ ਦੂਜੇ ਤੀਜੇ ਸਾਲ ਮੋਰਚਾ ਲਾ ਦਿੰਦਾ ਸੀ। ਮੋਰਚਾ ਲੱਗਦਾ ਸੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਹਾਈ ਹੋਵੋ ਤੇ ਤੁਹਾਡੀ ਕੌਮ ਮਤਲਬ ਮੋਰਚਾ ਲਾਉਣ ਜਾ ਰਹੀ ਹੈ, ਇਹਨੂੰ ਫਤਿਹ ਬਖਸ਼ੋ ਤੇ ਅਸੀਂ ਮੋਰਚਾ ਫਤਿਹ ਕੀਤੇ ਬਗੈਰ ਵਾਪਸ ਨਹੀਂ ਆਵਾਂਗੇ। ਠੀਕ ਹੈ ਨਾ। ਹੁਣ ਤੁਸੀਂ ਦੱਸੋ ਕਿੰਨੇ ਮੋਰਚੇ ਲੱਗੇ, ਕਿੰਨੇ ਵਰਤ ਰੱਖੇ ਗਏ? ਚੰਡੀਗੜ੍ਹ ਮਿਲਿਆ, ਪਾਣੀ ਮਿਲੇ, ਪੰਜਾਬੀ ਬੋਲਦਾ ਇਲਾਕਾ ਮਿਲਿਆ, ਆਲ ਇੰਡੀਆ ਗੁਰਦੁਆਰਾ ਐਕਟ ਬਣਿਆ। ਫਿਰ ਸਾਡੇ ਮੋਰਚੇ ਦਾ ਮਤਲਬ ਕੀ? ਕਿੱਥੇ ਗਏ ਸਾਡੇ ਮੋਰਚੇ? ਸਾਰੀ ਕੌਮ ਦੇ ਵਿੱਚ ਇਹ ਇੱਕ ਮਜ਼ਾਕ ਬਣਿਆ ਪਿਆ ਸੀ। ਅਕਾਲੀ ਲੀਡਰਾਂ ਦੇ ਮੋਰਚੇ ਮਜ਼ਾਕ ਬਣ ਗਏ ਸੀ, ਉਹ ਮਜ਼ਾਕ ਦਾ ਵਿਸ਼ਾ ਬਣ ਗਏ ਸੀ। ਠੀਕ ਹੈ ਨਾ। ਇਸ ਮਜ਼ਾਕ ਨੂੰ ਖਤਮ ਕਰਨ ਲਈ ਪਹਿਲਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉੱਠਿਆ।
ਦਰਸ਼ਨ ਸਿੰਘ ਫੇਰੂਮਾਨ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਜੋ ਇਹਨਾਂ ਨੇ ਅਰਦਾਸਾਂ ਭੰਗ ਕਰ ਕਰਕੇ ਤੇਰੇ ਨਾਮ ਦੀ ਤੇ ਅਰਦਾਸ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ, ਮੇਰੇ ਤੇ ਮਿਹਰ ਕਰ, ਮੈਂ ਤੇਰੇ ਦਰ ਤੇ ਕੀਤੀ ਹੋਈ ਅਰਦਾਸ ਨੂੰ ਪੂਰਨ ਕਰੂੰਗਾ। ਮੈਂ ਰੋਟੀ ਨਹੀਂ ਉਦੋਂ ਤੱਕ ਖਾਵਾਂਗਾ ਜਦ ਤੱਕ ਮੇਰੀ ਮੰਗ ਪੂਰੀ ਨਹੀਂ ਹੋਏਗੀ, ਜਾਂ ਮੈਂ ਜਾਨ ਦੇ ਦਿਆਂਗਾ ਜਾਂ ਮੈਂ ਜਿੱਤ ਕੇ ਫਿਰ ਤੇਰੇ ਸਾਹਮਣੇ ਆਵਾਂਗਾ। 74 ਦਿਨ ਤੱਕ, ਤੁਹਾਨੂੰ ਪਤਾ ਨਹੀਂ ਹੈਗਾ ਜੀ, 74 ਦਿਨ ਤੱਕ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਰਤ ਰੱਖਿਆ। ਪਹਿਲੇ 15-20 ਦਿਨ ਸੰਤ ਹਰਚੰਦ ਸਿੰਘ, ਸੰਤ ਚੰਨਣ ਸਿੰਘ, ਸਾਰੇ ਟੌੜਾ, ਸਾਰੇ ਐਰਾ ਵਗੈਰਾ ਉਹਨੂੰ ਮਖੌਲ ਕਰਦੇ ਸੀ ਫੇਰੂਮਾਨ ਨੂੰ। ਇਹ ਅਮਲੀ ਆਦਮੀ ਹੈ, ਇਹ ਕਾਂਗਰਸੀ ਹੈ, ਕਾਂਗਰਸ ਚ ਰਿਹਾ ਸੀ ਜੀ, ਇਹ ਕਾਂਗਰਸੀ ਹੈ, ਕਾਂਗਰਸ ਨੇ ਇਹਨੂੰ ਚੁੱਕ ਦੇ ਕੇ ਵਰਤ ਰਖਾਇਆ ਹੈ। ਇਹ ਅਮਲੀ ਹੈ, ਫੀਮ ਖਾਂਦਾ ਹੈ ਸਰੇਆਮ ਹੀ। ਫੀਮ ਖਾਣ ਦੀਆਂ ਗੱਲਾਂ ਸਰੇਆਮ ਹੋ ਰਹੀਆਂ ਸੀ ਅਖਬਾਰਾਂ ਦੇ ਵਿੱਚ। ਫੀਮ ਖਾਣ ਵਾਲਾ ਬੰਦੇ ਨੂੰ ਕੁਝ ਨਹੀਂ ਹੁੰਦਾ ਵਰਤ ਰੱਖ ਲੇ ਭਾਵੇਂ ਨਾ ਰੱਖੇ, ਕਿਉਂਕਿ ਉਹਦੇ ਹੱਡਾਂ 'ਚ ਫੀਮ ਰਚੀ ਹੁੰਦੀ ਹੈ। ਇਹ ਇਹੀਆਂ ਜਿਹੀਆਂ ਗੱਲਾਂ ਕਰਦੇ ਸੀ ਸੰਤ ਫਤਿਹ ਸਿੰਘ, ਗੁਰਨਾਮ ਸਿੰਘ, ਹੋਰ ਜਿਹੜੇ ਹੈਗੇ ਸੀ। ਇਹੋ ਜਿਹੇ ਬਿਆਨ ਹਰ ਰੋਜ਼ ਆਉਂਦੇ ਹੁੰਦੇ ਸੀ। ਜਦੋਂ 20-25 ਦਿਨਾਂ ਬਾਅਦ ਦਰਸ਼ਨ ਸਿੰਘ ਫੇਰੂਮਾਨ ਦੀ ਜਿਹੜੀ ਹਾਲਤ ਹੈ ਉਹ ਵਿਗੜਨ ਲੱਗ ਗਈ, ਬੇਹੋਸ਼ ਹੋਣਾ ਸ਼ੁਰੂ ਹੋ ਗਿਆ। ਡਾਕਟਰ ਵੀ ਚੱਕ ਕੇ ਲੈ ਗਏ, ਹਸਪੀਟਲ 'ਚ ਲੈ ਗਏ ਮੱਲੋ ਮੱਲੀ ਖੁਰਾਕ ਦੇਣ ਨੂੰ। ਉਹ ਮੱਲੋ ਮੱਲੀ ਖੁਰਾਕ ਬੇਹੋਸ਼ੀ ਦੇ ਰੂਪ ਵਿੱਚ ਨੱਕ 'ਚ ਪਾਈਪਾਂ ਪਾ ਕੇ ਪਾਉਂਦੇ ਸੀ। ਉਹ ਕੋਸ਼ਿਸ਼ ਕਰਦਾ ਸੀ ਕਿ ਮੈਂ ਉਲਟੀ ਕਰਕੇ ਕੱਢ ਦਿਆਂ। ਇੱਕ ਦੋ ਵਾਰ ਉਹਨੇ ਉਲਟੀ ਕਰਕੇ ਕੱਢਿਆ ਵੀ ਫੇਰੂਮਾਨ ਸਾਹਿਬ ਨੇ। ਜੀ, ਅਖਬਾਰਾਂ 'ਚ ਵੀ ਆਉਂਦੇ ਹੁੰਦੇ ਸੀ ਗੱਲਾਂ ਇਹ ਕਿ ਅੱਜ ਫੇਰੂਮਾਨ ਸਾਹਿਬ ਨੇ ਉਲਟੀ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ, ਜੋ ਪਾਈਪਾਂ ਰਾਹੀਂ ਉਹਨਾਂ ਦੇ ਪੇਟ 'ਚ ਫੂਡ ਪਾਇਆ ਗਿਆ ਸੀ। ਉਹ ਫਿਰ ਜ਼ਿਆਦਾ ਹਾਲਤ ਵਿਗੜਦੀ ਗਈ ਜੀ। ਡੇਢ ਮਹੀਨੇ ਦੇ ਕਰੀਬ ਫੇਰੂਮਾਨ ਸਾਹਿਬ ਬੇਹੋਸ਼ ਰਹੇ ਨੇ, ਲੇਕਿਨ ਸਾਹ ਚੱਲਦਾ ਰਿਹਾ। ਫਿਰ ਇਹ ਬਿਆਨ ਦੇਣੋਂ ਹਟੇ ਨੇ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ। ਸਾਰੇ ਇਹ ਬਿਆਨ ਦਿੰਦੇ ਰਹਿੰਦੇ ਸੀ। ਜਦੋਂ ਉਹਦੀ ਹਾਲਤ ਬੇਹੋਸ਼ੀ ਵਾਲੀ ਹੋ ਗਈ, ਉਹ ਗੱਲਾਂ ਨਹੀਂ ਸੀ ਕਰ ਸਕਦੇ, ਹਸਪੀਟਲ 'ਚ ਪਏ ਹੋਏ, ਫਿਰ ਇਹ ਬਿਆਨ ਦੇਣੋਂ ਹਟ ਗਏ। ਇਹਦੇ ਆਪਾਂ ਅਰਥ ਇਹ ਵੀ ਕਰ ਸਕਦੇ ਹਾਂ ਵੀ ਮੰਗਾਂ ਨੂੰ ਲੈ ਕੇ ਨਹੀਂ, ਇੰਜ ਕਹਿ ਸਕਦੇ ਹਾਂ। ਹਾਂ ਬਈ ਉਸ ਜਿਹੜੀ ਸਾਡੀ ਪਰੰਪਰਾ ਨੂੰ ਲੈ ਕੇ, ਸਾਡੀ ਅਰਦਾਸ ਦੀ ਮਹਾਨਤਾ ਨੂੰ ਲੈ ਕੇ ਉਹਨੇ ਰੱਖੀਆਂ ਮੰਗਾਂ ਹੀ ਸੀ। ਚੰਡੀਗੜ੍ਹ ਦੀ ਪ੍ਰਾਪਤੀ, ਠੀਕ ਹੈ, ਚੰਡੀਗੜ੍ਹ ਦੀ ਪ੍ਰਾਪਤੀ ਨਹੀਂ ਹੋਏਗੀ ਤੇ ਮੈਂ ਅਰਦਾਸ ਕੀਤੀ ਹੈ ਕਿ ਮੈਂ ਚੰਡੀਗੜ੍ਹ ਦੀ ਪ੍ਰਾਪਤੀ ਤੱਕ ਮਰਨ ਵਰਤ ਰੱਖੂੰਗਾ। ਠੀਕ ਹੈ ਨਾ। ਉਹਦਾ ਮੇਨ ਮਕਸਦ ਇਹ ਸੀ ਕਿ ਮੇਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਨਾ ਹੋਣ ਦੇ, ਲੇਕਿਨ ਮੈਂ ਸਿੱਖਾਂ ਨੂੰ ਦਿਖਾਊਂਗਾ ਕਿ ਕੀਤੀ ਹੋਈ ਅਰਦਾਸ ਦੀ ਮਹੱਤਤਾ ਕੀ ਹੁੰਦੀ ਹੈ। ਸੋ 4-5 ਦਿਨ ਪਹਿਲਾਂ ਖਬਰਾਂ ਆਉਣ ਲੱਗ ਗਈਆਂ ਸੀ ਅਖਬਾਰਾਂ 'ਚ ਕਿ ਫੇਰੂਮਾਨ ਸਾਹਿਬ ਦੇ ਸਾਹ ਕਦੇ ਵੀ ਪੂਰੇ ਹੋ ਸਕਦੇ ਨੇ। ਤੇ ਫਿਰ ਇਹਨੂੰ ਸਮਝਾਉਣ ਲੱਗੇ ਸੰਤ ਫਤਿਹ ਸਿੰਘ ਨੂੰ ਕਿ ਭਾਈ ਹੁਣ ਤੂੰ ਜਾ ਉੱਥੇ ਫੇਰੂਮਾਨ ਸਾਹਿਬ ਕੋਲੇ, ਕਿਉਂਕਿ ਜੇ ਹੁਣ ਵੀ ਨਾ ਗਿਆ ਤੂੰ ਤੇ ਅਕਾਲੀ ਦਲ ਦੀ ਬੇਇੱਜ਼ਤੀ ਹੋਏਗੀ। ਇਹ ਜਾਣ ਦੇ ਗਵ ਡੋਕੇ ਜੇ ਵਿੱਚ ਰਿਹਾ ਸੰਤ ਫਤਿਹ ਸਿੰਘ ਜੀ। ਅਕਾਲੀ ਲੀਡਰਸ਼ਿਪ ਵੀ ਮਤਲਬ ਝਿਜਕਦੀ ਰਹੀ, ਅੱਜ ਜਾਣਿਆ ਕੱਲ ਨੂੰ ਜਾਣਿਆ, ਅੱਜ ਜਾਣਿਆ ਕੱਲ ਨੂੰ ਜਾਣਿਆ। ਐਤਨੇ ਫੇਰੂਮਾਨ ਸਾਹਿਬ ਦੀ ਡਿਕਲੇਅਰ ਹੋ ਗਿਆ ਕਿ ਉਹ ਪੂਰੇ ਹੋ ਗਏ। ਫਿਰ ਉਹ ਗਏ ਨੇ ਮਰੇ ਹੋਏ ਕੋਲੇ, ਸ਼ਹੀਦ ਹੋਏ। ਕਹਿਣ ਤੋਂ ਭਾਵ ਵੀ ਲੀਡਰਸ਼ਿਪ ਦਾ ਰੋਲ ਨੈਗੇਟਿਵ, ਭਾਵੇਂ 84 ਦੀ ਗੱਲ ਕਰਦੀ ਹੈ, ਹਾਂ ਨੈਗੇਟਿਵ, ਭਾਵੇਂ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਦੀ ਗੱਲ ਕਰਦੀ ਹੈ। ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਸਿੱਖਾਂ ਦਾ ਜਿਹੜਾ ਕਰੈਕਟਰ ਸੀ ਉਹ ਇਹ ਸੀ ਕਿ ਪਹਿਲਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੁਖੀ ਹੋਇਆ ਇਹਨਾਂ ਕੋਲੋਂ, ਆਪਣੀ ਸ਼ਹਾਦਤ ਦੇ ਗਿਆ। ਫਿਰ ਦਰਸ਼ਨ ਸਿੰਘ ਫੇਰੂਮਾਨ ਤੋਂ ਅਗਲਾ ਗੱਲ ਸੁਣੋ ਨਾ, ਕਿੰਨੀ ਮਹੋ ਕਹੀ ਜੀ ਮਜ਼ਾਕੀਆ ਗੱਲ ਕੀਤੀ ਸੰਤ ਫਤਿਹ ਸਿੰਘ ਨੇ ਤੇ ਅਕਾਲੀ ਲੀਡਰਸ਼ਿਪ ਨੇ। ਸੰਤ ਫੇਰੂਮਾਨ ਸਾਹਿਬ ਸ਼ਹੀਦ ਹੋ ਗਏ। ਫਿਰ ਉਹਨਾਂ ਦਾ ਸੰਸਕਾਰ ਨਹੀਂ ਕਰਨ ਦਿੱਤਾ। ਉਹਨੇ ਕਿਹਾ ਅਸੀਂ ਦਰਬਾਰ ਸਾਹਿਬ ਦੇ ਜਾ ਕੇ ਮੱਥਾ ਟੇਕ ਕੇ ਲੈ ਕੇ ਜਾਣਾ ਹੈ। ਗੁਰਨਾਮ ਸਿੰਘ ਉਦੋਂ ਮੁੱਖ ਮੰਤਰੀ ਸੀ ਸਾਂਝੇ ਫਰੰਟ ਦਾ ਪੰਜਾਬ ਦਾ, ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਹਦੀ ਡੈੱਡ ਬੋਡੀ ਨੂੰ ਲਿਆਉਣ ਨਹੀਂ ਦਿੱਤਾ। ਅਕਾਲੀ ਸਰਕਾਰ ਨੇ ਬਾਰੀ ਰੋਕ ਦਿੱਤੀ। ਤੇ ਫਿਰ ਚਲੋ ਫੇਰੂਮਾਨ ਦੇ ਪਿੰਡ ਲਿਜਾ ਕੇ ਉੱਥੇ ਸ਼ਾਇਦ ਰਈਆ ਕੋਲੇ ਆਓ, ਉੱਥੇ ਜਾ ਕੇ ਸੰਸਕਾਰ ਕੀਤਾ। ਓਕੇ, ਸੰਸਕਾਰ ਕਰਨ ਦੇ ਬਾਅਦ ਹੀ ਸੰਤ ਫਤਿਹ ਸਿੰਘ ਨੇ ਐਲਾਨ ਕਰ ਦਿੱਤਾ ਕਿ ਮੈਂ ਹੁਣ ਵਰਤ ਰੱਖੂੰਗਾ 15 ਦਿਨਾਂ ਲਈ। 15 ਦਿਨਾਂ ਦੇ ਬਾਅਦ ਤੱਕ ਮੈਨੂੰ ਚੰਡੀਗੜ੍ਹ ਨਾ ਮਿਲਿਆ ਤਾਂ ਮੈਂ ਆਪਣੇ ਆਪ ਨੂੰ ਮਤਲਬ ਆਤਮਦਾਹ ਕਰ ਦਿਆਂਗਾ। ਠੀਕ ਹੈ ਨਾ, ਅਗਨ ਕੁੰਡ ਦੇ ਵਿੱਚ ਭੇਟ ਕਰ ਦਿਆਂਗਾ, ਅੱਗ ਲਾ ਕੇ ਸਾੜ ਦਿਆਂਗਾ। ਅੱਛਾ, 15 ਦਿਨ ਹੋਣ ਵਾਲੇ ਹੋ ਗਏ। ਫਿਰ ਬੜੀਆਂ ਆਵਾਜ਼ਾਂ ਆ ਰਹੀਆਂ, ਦਿੱਲੀ ਅੰਮ੍ਰਿਤਸਰ, ਦਿੱਲੀ ਅੰਮ੍ਰਿਤਸਰ, ਦਿੱਲੀ ਅੰਮ੍ਰਿਤਸਰ। ਕਦੇ ਕੋਈ ਆਇਆ, ਕਦੇ ਕੋਈ ਆਇਆ, ਤੇ ਕਦੇ ਕੋਈ ਆ ਕੇ ਆਖੇ ਸੰਤਾਂ ਨੂੰ ਛੱਡ ਦੇਣਾ ਚਾਹੀਦਾ।
ਫਿਰ ਗੱਲ ਇੱਥੇ ਆ ਕੇ ਮੁੱਕ ਗਈ ਕਿ ਮੈਂ ਛੱਡਣ ਨੂੰ ਤਿਆਰ ਹਾਂ ਤੇ ਮੈਨੂੰ ਕੋਈ ਭਰੋਸਾ ਤਾਂ ਦੇਵੇ। ਪਤਾ ਨਹੀਂ ਕਿਸ ਤਰੀਕੇ ਨਾਲ ਨਹੀਂ। ਹੁਕਮ ਸਿੰਘ ਨੇ ਆ ਕੇ ਭਰੋਸਾ ਦੇ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਤੇ ਇਹ ਪੰਜਾਬ ਨੂੰ ਹੀ ਮਿਲੇਗਾ, ਤੁਸੀਂ ਇੰਦਰਾ ਗਾਂਧੀ ਨੂੰ ਆਪਣਾ ਵਿਚੋਲਾ ਮੰਨ ਲਓ। ਵਰਬਲੀ ਹਾਂ, ਬਰਬਲੀ ਰਿਟਨ 'ਚ ਕੁਛ ਨਹੀਂ ਨਾ ਰਿਟਨ 'ਚ ਮੂਰਖ ਲੀਡਰਸ਼ਿਪ ਨੂੰ ਕੋਈ ਰਿਟਨ ਦਿੰਦਾ ਹੁੰਦਾ? ਕਮਾਲ ਦੀ ਗੱਲ ਹੈ। ਉਹ ਇੰਨੀ ਮੂਰਖ ਲੀਡਰਸ਼ਿਪ ਥੋੜਾ ਸੈਂਟਰ ਦੀ ਹੈ, ਤੇ ਉਹ ਤਾਂ ਇਹਨਾਂ ਤੋਂ ਕਈ ਗੁਣਾ ਜ਼ਿਆਦਾ ਚਲਾਕ ਨੇ। ਉਹ ਸਰਕਾਰਾਂ ਬਣਦੀ ਚਲਾਕੀ ਨਾਲ ਨੇ, ਠੀਕ ਹੈ ਨਾ। ਉਹ ਓਕੇ ਜੀ, ਜਕਾਰੇ ਬੁਲਾ ਕੇ ਵਰਤ ਛੱਡਤਾ, ਠੀਕ ਹੈ ਨਾ। ਵਰਤ ਛੱਡ ਗਿਆ। ਚੰਡੀਗੜ੍ਹ ਅੱਜ ਤੱਕ ਵੀ ਤੁਹਾਡੇ ਸਾਹਮਣੇ ਵੀ ਕਿੱਥੇ ਹੈ ਤੇ ਕਿੱਥੇ ਵਰਤ ਹੈ ਤੇ ਕਿੱਥੇ ਚੰਡੀਗੜ੍ਹ ਖੜਾ ਹੈ ਅਜੇ ਵੀ। ਮੈਂ ਕਹਿਣਾ 54 ਸਾਲਾਂ ਤੱਕ ਵੀ ਇੰਨੀਆਂ ਅਰਦਾਸਾਂ ਕਰਕੇ ਮੋਰਚੇ ਲਾਉਣ ਦੇ ਬਾਵਜੂਦ ਵੀ, ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਬਾਅਦ ਵੀ ਜੀ ਆਪਰੇਸ਼ਨ ਬਲੂ ਸਟਾਰ ਵੀ ਹੋ ਗਿਆ, ਅਕਾਲ ਤਖਤ ਵੀ ਢਹਾ ਲਿਆ, ਬੇਅਦਬੀ ਵੀ ਕਰਵਾ ਲਈ, ਸਭ ਤੋਂ ਵੱਡੀ ਬੇਅਦਬੀ ਦਰਬਾਰ ਸਾਹਿਬ ਦੀ, ਠੀਕ ਹੈ ਨਾ। ਕੌਮ ਦੀ ਅਣਖ ਭੰਨੀ ਗਈ, ਅਜੇ ਤੱਕ ਵੀ ਚੰਡੀਗੜ੍ਹ ਨਹੀਂ ਮਿਲਿਆ। ਨਹੀਂ ਤਾਂ ਸੈਂਟਰ ਗਵਰਨਮੈਂਟ ਡਰਦੀ ਹੁੰਦੀ ਹੈ, ਕੌਮ ਦਾ ਅਕਾਲ ਤਖਤ ਢਹਿ ਗਿਆ, ਕੌਮ ਦਾ ਦਰਬਾਰ ਸਾਹਿਬ ਢਹਿ ਗਿਆ, ਇਹਨੂੰ ਦਿਓ ਛੇਤੀ ਦਬ ਦੇ ਕੇ ਚੁੱਪ ਕਰਾ ਲਓ, ਦੇ ਕੇ ਚੁੱਪ ਕਰਾਓ। ਮੈਂ ਕਹਿੰਦਾ ਸੈਂਟਰ ਗਵਰਨਮੈਂਟ ਵੀ ਸਮਝ ਗਈ ਇਹ ਬੇਵਕੂਫ ਕੌਮ ਹੈ, ਇਹ ਬੇਸ਼ਰਮ ਲੀਡਰਸ਼ਿਪ ਹੈ, ਬੇਸ਼ਰਮ ਲੀਡਰਸ਼ਿਪ। ਤੁਸੀਂ ਬੇਸ਼ਰਮ ਲੀਡਰਸ਼ਿਪ ਕਹਿ ਹਲਕਾ ਜਿਹਾ ਸ਼ਬਦ ਹੈ ਇਹ। ਅਜੇ ਤੱਕ ਕਿੱਥੇ ਹੈ ਚੰਡੀਗੜ੍ਹ ਤੁਹਾਡਾ? ਕਿੰਨਾ ਕੁ ਚਿਰ ਉਡੀਕੋਗੇ ਤੁਸੀਂ? ਕੋਈ ਸ਼ਰਮ ਹਿਆ ਹੈ? ਉਹ ਤੁਸੀਂ ਬਗਾਨੀ ਰਾਜਧਾਨੀ 'ਚ ਹਰ ਰੋਜ਼ ਜਾਂਦੇ ਹੋ, ਉੱਥੇ ਰਹਿੰਦੇ ਹੋ, ਉੱਥੇ ਰਹਿ ਕੇ ਜ਼ਿਆਦਾ ਸੇਫ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ। ਕਮਾਲ ਦੀ ਗੱਲ ਹੈ। ਨਾ ਸਾਡੀ ਪੁਲਿਸ ਉੱਥੇ ਹੈ, ਨਾ ਸਾਡੀ ਐਡਮਿਨਿਸਟ੍ਰੇਸ਼ਨ ਉੱਥੇ ਹੈ, ਸੈਂਟਰ ਦੀ ਰਾਜਧਾਨੀ ਹੈ ਉਹ ਸਾਨੂੰ ਲਾਇਕ ਵੀ ਨਹੀਂ ਕਰਦੇ ਕਿ ਇੱਥੇ ਰਹੀਏ ਅਸੀਂ। ਉਹ ਕਈ ਵਾਰ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੁਪਰੀਮ ਕੋਰਟ 'ਚ ਜਾਣ ਦੀ ਕਿ ਪੰਜਾਬ ਤੇ ਹਰਿਆਣੇ ਕੋਲੋਂ ਚੰਡੀਗੜ੍ਹ ਨੂੰ ਖਾਲੀ ਕਰਾਓ ਜੀ। ਇਹ ਪਤਾ ਨਹੀਂ ਕਿਵੇਂ ਕਿਹਦੇ ਹਾੜੇ ਕੱਢ ਕੇ ਕਿਹਦੇ ਹਾੜੇ ਨਹੀਂ ਕੱਢ ਕੇ ਉਹਨਾਂ ਨੂੰ ਰੋਕਦੇ ਰਹੇ ਨੇ। ਅਲਟੀਮੇਟਲੀ ਮੈਂ ਤੁਹਾਨੂੰ ਅੱਜ ਕਹਿ ਦਿੰਦਾ, ਤੁਸੀਂ ਤੁਹਾਡੀ ਅਜੇ ਮਤਲਬ ਕਾਫੀ ਦੇਖਿਓ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਅਲਟੀਮੇਟਲੀ ਸੁਪਰੀਮ ਕੋਰਟ 'ਚ ਚਲੇ ਜਾਣਾ ਕਿ ਪੰਜਾਬ ਤੇ ਹਰਿਆਣੇ ਕੋਲੋਂ ਰਾਜਧਾਨੀ ਸਾਡੀ ਖਾਲੀ ਕਰਾਓ। ਦੋਵਾਂ ਕੋਲੋਂ ਪੈਸੇ ਮੰਗਣ ਲਈ ਤਾਂ ਕਈ ਵਾਰ ਕਹਿ ਚੁੱਕੇ ਨੇ ਕਿ ਸਾਨੂੰ ਕਿਰਾਇਆ ਦਿਓ, ਕਹਿ ਚੁੱਕੇ ਨੇ। ਇਹ ਜਾ ਕੇ ਫਿਰ ਸੈਂਟਰ ਲੀਡਰਸ਼ਿਪ ਦੇ ਜਾਂ ਜਿਵੇਂ ਬੀਜੇਪੀ ਹੈ, ਭਾਰਤੀ ਜਨਤਾ ਪਾਰਟੀ ਹੈ, ਉਹਦੇ ਜਾ ਕੇ ਪਤਾ ਨਹੀਂ ਕਿਹਦੇ ਹਾੜੇ ਕੱਢਦੇ ਨੇ ਕਿਹਦੇ ਨਹੀਂ ਹਾੜੇ ਕੱਢਦੇ, ਕਹਿੰਦੇ ਇਹਨੂੰ ਚੁੱਪ ਕਰਾਓ, ਫਿਰ ਉਹ ਚੁੱਪ ਕਰਾਉਂਦੇ ਰਹੇ ਨੇ। ਆਪਾਂ ਇਸ ਇੰਟਰਵਿਊ ਦਾ ਇਹ ਅੱਜ ਦਾ ਨਿਚੋੜ ਕੱਢਦੇ ਹਾਂ ਕਿ ਲੀਡਰਸ਼ਿਪ ਜਿਹੜੀ ਹੈ ਜੇ ਉਹ ਨਲਾਇਕ ਨਾ ਹੁੰਦੀ, ਆਪਰੇਸ਼ਨ ਬਲੂ ਸਟਾਰ ਵੀ ਨਾ ਹੁੰਦਾ ਤੇ ਚੰਡੀਗੜ੍ਹ ਕਦੋਂ ਦਾ ਤੁਹਾਡੀ ਝੋਲੀ ਪਿਆ? ਚੰਡੀਗੜ੍ਹ ਕਦੋਂ ਦਾ? ਕਿ ਉਦੋਂ ਦਾ ਹੀ। ਜੇ ਸਿਆਣੀ ਲੀਡਰਸ਼ਿਪ ਹੁੰਦੀ, ਅਣਖੀ ਲੀਡਰਸ਼ਿਪ ਹੁੰਦੀ, ਜਿਵੇਂ ਕਿ ਕੌਮ ਅਣਖੀਲੀ ਹੈ, ਕੌਮ ਅਣਖੀਲੀ ਹੈ ਲੇਕਿਨ ਬੇਸ਼ਰਮ ਲੀਡਰਸ਼ਿਪ ਦੇ ਬਸ ਪਈ ਹੋਈ ਹੈ। ਉਹ ਕੌਮ ਕੀ ਕਰੇਗੀ? ਜਦੋਂ ਲੀਡਰਸ਼ਿਪ ਨੇ ਉਹਨੂੰ ਮੋਰਚੇ ਲਾਉਣ ਦਾ ਹੋਕਾ ਦਿੱਤਾ ਹੈ, ਉਹ ਮੋਰਚੇ ਲਾਉਣ 'ਚ ਆ ਜਾਂਦੀ ਹੈ। ਜੇਲ੍ਹਾਂ ਭਰਨ ਦਾ ਹੋਕਾ ਦਿੱਤਾ, ਉਹ ਜੇਲ੍ਹ ਵੀ ਭਰਦੀ ਰਹੀ ਹੈ ਸਾਡੀ ਕੌਮ। ਜੇ ਲੜਨ ਦਾ ਹੋਕਾ ਦਿੱਤਾ, ਲੜਦੀ ਵੀ ਰਹੀ ਹੈ ਉਹ ਕੌਮ। ਸਾਡੀ ਮਾੜੀ ਨਹੀਂ ਹੈਗੀ, ਕਿਸੇ ਪਿੱਛੇ ਨਹੀਂ ਹਟੀ, ਕਦੇ ਵੀ ਨਹੀਂ ਪਿੱਛੇ ਹਟੇਗੀ, ਨਾ ਹਟੇਗੀ। ਲੇਕਿਨ ਕੌਮ ਦੀ ਲੀਡਰਸ਼ਿਪ ਬੇਸ਼ਰਮ ਹੈ, ਬੇਗੈਰਤ ਹੈ, ਔਰ ਸਦਾ ਹੀ ਇਹਨਾਂ ਦੇ ਇਕੱਠ ਨੂੰ ਵੇਚਿਆ ਗਿਆ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ ਪ੍ਰੋਫੈਸਰ ਸਾਹਿਬ। ਬੜੀਆਂ ਤੁਸੀਂ ਬਰੀਕੀਆਂ ਤੋਂ ਸਾਨੂੰ ਜਾਣੂ ਕਰਵਾਇਆ ਔਰ ਬੜਾ ਪਿਛੋਕੜ ਦੇ ਵਿੱਚ ਜਾ ਕੇ ਤੁਸੀਂ ਕੱਲੀ 84 ਦੀ ਗੱਲ ਨਹੀਂ ਕੀਤੀ, 47 ਤੋਂ ਤੁਸੀਂ ਸਾਰਾ ਜ਼ਿਕਰ ਕਰ ਦਿੱਤਾ ਵੀ ਕੱਲਾ 84 ਵੇਲੇ ਨਲਾਇਕੀ ਨਹੀਂ ਹੈ, ਲਗਾਤਾਰ 66 ਵੇਲੇ ਵੀ ਹੋਈਆਂ ਨਲਾਇਕੀਆਂ, 47 ਵੇਲੇ ਵੀ ਹੋਈਆਂ। ਬਿਲਕੁਲ। ਸੋ ਦੋਸਤੋ, ਮੈਂ ਤੁਹਾਨੂੰ ਥੋੜਾ ਜ਼ਿਕਰ ਕਰਦੇ ਹਾਂ। ਇਹ ਸਨ ਪ੍ਰੋਫੈਸਰ ਸੁਖਦਿਆਲ ਸਿੰਘ। ਅਕਸਰ ਇਹਨਾਂ ਦੇ ਲੈਕਚਰ ਤੁਸੀਂ ਸੁਣਦੇ ਹੋ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਇਹਨਾਂ ਨੇ ਬੜੇ ਸੁੰਦਰ ਢੰਗ ਵਿੱਚ ਦੱਸਿਆ ਵੀ 47 ਦਾ ਵੇਲਾ ਹੋਵੇ, ਭਾਵੇਂ ਉਹ 66 ਦਾ ਵੇਲਾ ਹੋਵੇ, ਭਾਵੇਂ ਉਹ 84 ਦਾ ਹੋਵੇ, ਵੀ ਲੀਡਰਸ਼ਿਪ ਦੀ ਨਲਾਇਕੀ ਕਰਕੇ ਸਦਾ ਹੀ ਐਸੇ ਸਮਝੌਤੇ ਹੋਏ ਨੇ ਜਿਹੜੇ ਕੌਮਾਂ ਨੂੰ ਲੰਮਾ ਸਮਾਂ ਭੁਗਤਣੇ ਪਏ, ਭੁਗਤ ਰਹੇ ਹਾਂ ਅਸੀਂ, ਬਹੁਤ ਕੁਝ ਅਜੇ ਤੱਕ ਭੁਗਤ ਰਹੇ ਹਾਂ। ਸੋ ਪ੍ਰੋਫੈਸਰ ਸੁਖਦਿਆਲ ਸਿੰਘ ਮੇਰੇ ਨਾਲ ਹੀ ਹੋਣਗੇ, ਬੜਾ ਧਿਆਨ ਲਾ ਕੇ ਨੀਝ ਲਾ ਕੇ ਤੱਕਦੇ ਰਹਿਣਾ। ਤੇ ਅਸੀਂ ਹੁਣ ਮੇਨ ਮੁੱਦਾ ਰੱਖਾਂਗੇ ਕਿ ਜਿਸ ਵੇਲੇ ਫੌਜ ਐਂਟਰ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਹਾਲਾਤ ਕੀ ਬਣਦੇ ਨੇ ਤੇ ਕੀ ਕੁਝ ਸਾਨੂੰ ਭੁਗਤਣਾ ਪਿਆ ਤੇ ਵਿਸ਼ਲੇਸ਼ਣ ਕਰਕੇ ਨਿਚੋੜ ਕੀ ਨਿਕਲਦਾ ਹੈ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆ ਰਿਹਾ ਵਾਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।